ਜਿਵੇਂ ਦੱਸਿਆ ਤੁਸੀਂ ਕਾਂਗਰਸ ਦੇ ਨਾਲ ਜੁੜੇ ਹੋਏ ਤੇ ਜਿਹੜਾ ਪੋਸਟਰ ਲਾਇਆ ਹੋਇਆ ਫਿਰ ਕਾਂਗਰਸ ਦੀ ਇੱਥੇ ਐਂਟਰੀ ਹੈ ਕਿ ਨੋ ਐਂਟਰੀ ਹੈ? ਨੋ ਐਂਟਰੀ ਹੈ ਸਾਰਿਆਂ ਦੀ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਬੀਜੇਪੀ ਤੇ ਅਕਾਲੀ ਤੇ ਵਿੱਚੇ ਕਾਂਗਰਸ ਇਹਨਾਂ ਨੇ ਪਿੰਡਾਂ ਦੇ ਵਿੱਚ ਪਾਰਟੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਵੀ ਇਹਨਾਂ ਦੇ ਅੰਦੋਲਨ ਨੂੰ ਢਾਹ ਲੱਗੂਗੀ। ਇਹ ਜੀ ਹੁਣ ਅਗਰ ਬੀਜੇਪੀ ਦਾ ਇਹਨਾਂ ਨੇ ਬਾਈਕਾਟ ਮਤਲਬ ਆਪਣਾ ਤੋੜ ਲਿਆ ਤੇ ਫਿਰ ਬੀਜੇਪੀ ਦੇ ਬੰਦੇ ਕਿਉਂ ਆਪਣੇ ਸ਼ਾਮਲ ਕਰ ਰਹੇ ਨੇ? ਜੋਤ ਸਿੰਘ ਸਿੱਧੂ ਤੋਂ ਚਾਚੇ ਤਾਂ ਇਹਨਾਂ ਦਾ ਨਹੀਂ ਆਇਆ ਪਿਆ, ਉਹ ਤਾਂ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਨਿਸ਼ਾਨੇ ਮਿਲ ਰਹੇ ਨੇ। ਨਹੀਂ ਜੀ ਨਹੀਂ, ਉਹ ਪਹਿਲਾਂ ਵੀ ਕਦੀ ਫਲਾਣੇ ਦੋ ਦੇ ਅਸਤੀਫਾ ਦੇ ਫਲਾਣੇ ਤੋਂ ਵੱਢ ਗਿਆ, ਫਲਾਣੇ ਦੋ ਦੇ ਅਸਤੀਫਾ ਦੇ ਫਲਾਣੇ ਤੋਂ ਵੱਢ ਗਿਆ, ਚੱਕਰ ਉਹੀ ਹੈ। ਇੱਥੇ ਤੂੰ ਮੈਂ ਉਹੀ ਤੁਹਾਨੂੰ ਬੁਰਾ ਭਲਾ ਵੀ ਬੋਲੇ ਹੋ, ਇਹਨਾਂ ਨੇ ਸਾਡੇ ਤੇ ਪਰਚੇ ਕਰਾਏ। ਇਹਨਾਂ ਨੇ ਮੇਰੇ ਬ੍ਰਦਰ ਪਰ ਨੂੰ ਗੱਲਬਾਤ ਕਰਦੇ ਕਰਦੇ ਇਹਨਾਂ ਨੇ ਰਾੜਾਂ ਕੱਢੀਆਂ। ਅਸੀਂ ਤਾਂ ਆਪਣਾ ਪਿੰਡ 'ਚ ਮਾਹੌਲ ਖਰਾਬ ਹੋਣੇ ਕਾਰਨ ਸਿਰਫ ਇੱਕ ਐਪਲੀਕੇਸ਼ਨ ਕਾਨੂੰਨ ਨੂੰ ਪੁਲਿਸ ਨੂੰ ਦਿੱਤੀ ਹੈ। ਉਹਨਾਂ ਨੇ ਕਾਨੂੰਨ ਨੇ ਆਪਣਾ ਕੰਮ ਕਰਾ, ਸਾਡੇ ਜਿਹਦੇ ਕਿਸੇ ਨਾਲ ਕੋਈ ਜਾਤੀ ਦੁਸ਼ਮਣੀ ਹੈਗੀ। ਇਹ ਅਕਾਲੀ ਦਲ ਧੱਕਾ ਕਰ ਰਹੀ ਜੀ ਸ਼ਰੇਆਮ ਸਾਡੇ ਨਾਲ, ਸਾਡੇ ਬਜ਼ੁਰਗਾਂ ਦੇ ਪਰਚਾ ਕਰਿਆ ਜੀ। ਅਸੀਂ ਇਹ ਸਿਰਫ ਬੋਰਡ ਹੀ ਲਾਇਆ। ਇਹ ਕਹਿੰਦੇ ਜੀ ਇਹ ਤੁਸੀਂ ਰੋਕ ਕੇ ਦਿਖਾਓ ਸਿਆਸੀ ਲੀਡਰਾਂ ਨੂੰ, ਅਸੀਂ ਵੜਾਂਗੇ ਜੀ। ਇਹ ਤੁਸੀਂ ਇੱਧਰ ਕੈਮਰਾ ਮਾਰ ਕੇ ਦੇਖੋ, ਸਾਰੀਆਂ ਦੀਵਾਰਾਂ ਤੁਸੀਂ ਦੇਖੋ। ਤੇ ਹਾਲ ਤੱਕ ਸਾਡੇ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਦੇ ਵਿੱਚ ਸਰਕਾਰਾਂ ਬੜੀਆਂ ਹੋਈਆਂ ਨੇ। ਤੋਂ ਗਲੀਆਂ ਨਾਲੀਆਂ ਦੇ ਨਾਲ ਇਹਦਾ ਵਿਕਾਸ ਕਰਕੇ ਕੀ ਖੱਟ ਲਿਆ? ਇਹ ਬੀਜੇਪੀ ਨਾਲ ਅਕਾਲੀਆਂ ਦਾ ਕੋਈ ਫਰਕ ਨਹੀਂ ਹੈ, ਅੰਦਰ ਖਾਤੇ ਇਹਨਾਂ ਦਾ ਸਮਝੌਤੇ ਹੈਗੇ। ਅੰਦੋਲਨ ਤੇ ਸਾਡੇ ਪਿੰਡ ਨੇ ਘੱਟ ਤੇ ਘੱਟ 10 ਲੱਖ ਰੁਪਈਆ ਖਰਚਿਆ। ਹਾਂਜੀ। ਤੇ ਚਰਨਜੀਤ ਬਰਾੜ ਨੇ 10 ਬੰਦਿਆਂ ਪਰ ਪਰਚੇ ਦਰਜ ਕਰਾਏ। ਪੂਰੇ ਰੈਲੀਆਂ ਕਰ ਰਹੇ, ਕਿਸਾਨਾਂ ਨੂੰ ਜਾਣ ਤੋਂ ਰੋਕ ਰਹੇ। ਸਾਡੇ ਪਿੰਡ ਕਈ ਬੰਦਿਆਂ ਨੂੰ ਉਹਨਾਂ ਨੇ ਦਬਕੇ ਵੀ ਮਾਰੇ ਵੀ ਤੁਸੀਂ ਕਿਸਾਨਾਂ ਨਾਲ ਨਹੀਂ ਜਾਣਾ, ਅੰਦੋਲਨ 'ਚ ਨਹੀਂ ਜਾਣਾ, ਅਸੀਂ ਤੁਹਾਡਾ ਰਾਸ਼ਨ ਬੰਦ ਕਰ ਦੂੰਗੇ, ਕਾਰਡ ਕੱਟ ਦੂੰਗੇ, ਇਹ ਕਰ ਦੂੰਗੇ। ਇਸ ਕਰਕੇ ਅਸੀਂ ਬੀਜੇਪੀ ਅਕਾਲੀ ਸਭ ਇੱਕੋ ਹੀ ਹਾਂ। ਅੱਜ ਵੀ ਜੇ ਕੋਈ ਸੁੱਚ ਮੋਰਚਾ ਕਾਲ ਕਰਦਾ ਵੀ ਅਕਾਲੀਆਂ ਦਾ, ਆਮ ਦਾ, ਕਾਂਗਰਸ ਦਾ ਵਿਰੋਧ ਅਸੀਂ ਕਰਾਂਗੇ। ਹੁਣ ਜਦੋਂ ਫੈਸਲਾ ਹੀ ਹੈ ਨਹੀਂ ਕੋਈ ਕਿਸਾਨ ਅੰਦੋਲਨ ਦਾ, ਕਿਸੇ ਦਾ ਮੰਨਣਾ ਇਹ ਤਾਂ ਗੱਲ ਚੱਲੂਗੀ ਨਾ। ਨਵਜੋਤ ਸਿੱਧੂ ਕੋਲ ਬਿਜਲੀ ਮਹਿਕਮਾ ਦਿਆਤੀ ਹੈ, ਮੰਤਰੀ ਬਣਾਇਆ। ਇਹਨੇ ਆਪਣੀ ਸਰਕਾਰ ਦੀ ਕਿਉਂ ਨਾ ਕਰਿਆ ਜਨਰਲ ਵੀਰ? ਤੇ ਮੇਨ ਤਾਂ ਗੱਲ ਇਹ ਹੈਗੀ ਹੈ ਵੀ ਅਸੀਂ ਉਹ ਕਿਸਾਨ ਮੋਰਚੇ ਨੂੰ ਸਪੋਰਟ ਕਰ ਰਹੇ ਹਾਂ ਤੇ ਮੇਨ ਤਾਂ ਉਹਨਾਂ ਨਾਲ ਸਾਥ ਦੇਣ ਦੀ ਗੱਲ ਹੈਗੀ ਹੈ। ਕਿਸਾਨ ਅੰਦੋਲਨ ਦਾ ਜਿੱਦਾਂ ਫੈਸਲਾ ਹੋ ਗਿਆ, ਲੋਕ ਉੱਧਰ ਵੋਟ ਪਾਉਣਗੇ। ਤੁਸੀਂ ਆਪ ਕੈਮਰਾ ਮਾਰ ਕੇ ਦੇਖੋ, ਪਿੰਡਾਂ ਦੇ ਵਿੱਚ ਹਾਲਾਤ ਦੇਖੋ, ਪਿੰਡਾਂ ਦੇ ਜਿਹੜੇ ਐਸਸੀਬੀਸੀ ਘਰ ਨੇ ਉਹਨਾਂ ਦੀ ਹਾਲਾਤਾਂ ਦੇਖੋ ਤੁਸੀਂ ਜਾ ਕੇ, ਘਰਾਂ ਦੀਆਂ ਨਾਲੀਆਂ ਗਲੀਆਂ ਦੀਆਂ ਹਾਲ ਤੱਕ ਵਿਗੜੀਆਂ ਪਈਆਂ ਨੇ। ਕਿੱਥੇ ਗਿਆ ਉਹ ਪੈਸਾ ਜਿਹੜਾ ਪੁਰਾਣੀ ਸਰਕਾਰਾਂ ਨੇ ਲਾਇਆ? ਪਿਛਲੀ ਸਰਕਾਰ ਕਿੰਨੀ ਵਾਰੀ ਬਾਦਲ ਸਰਕਾਰ ਆਈ ਹੈ, ਪਰ ਉਹ ਪੈਸਾ ਕਿੱਥੇ ਲਾਇਆ ਨਾ ਲੋਕਾਂ ਨੇ? ਇਹ ਪਿੰਡ ਵਾਲਿਆਂ ਨੂੰ ਸਮਝ ਲੈਣੀ ਚਾਹੀਦੀ ਗੱਲ। ਜੇ ਆਪਾਂ ਨਾ ਜੀ ਸਾਰੀ ਪਾਰਟੀਆਂ ਦਾ ਵਿਰੋਧ ਕਰਦੇ ਹਾਂ ਤੇ ਸਿੱਧਾ ਹੀ ਆਪਾਂ ਇੱਕ ਬੀਜੇਪੀ ਨੂੰ ਬੈਨੀਫਿਟ ਦੇ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਇਹ ਤਸਵੀਰਾਂ ਤੁਸੀਂ ਮਿਰਜ਼ਾਪੁਰ ਪਿੰਡ ਦੀਆਂ ਦੇਖ ਰਹੇ ਹੋ। ਇਹ ਪਿੰਡ ਪਟਿਆਲਾ ਜ਼ਿਲ੍ਹੇ ਦੇ ਵਿੱਚ ਆਉਂਦਾ ਹੈ, ਤਹਿਸੀਲ ਜਿਹੜੀ ਰਾਜਪੁਰਾ ਹੈਗੀ ਹੈ। ਤੇ ਮੇਰੇ ਮਗਰ ਤੁਸੀਂ ਪੋਸਟਰ ਦੇਖ ਰਹੇ ਹੋ। ਇੱਥੇ ਚੇਤਾਵਨੀ ਦਿੱਤੀ ਗਈ ਹੈ, ਬਾਈਕਾਟ ਕੀਤਾ ਗਿਆ ਹੈ ਸਿਆਸਤਦਾਨਾਂ ਦਾ। ਪਿਛਲੇ 74 ਸਾਲਾਂ ਤੋਂ ਆਮ ਲੋਕਾਂ ਦਾ ਖੂਨ ਚੂਸ ਰਹੇ ਤੇ ਪੰਜਾਬ ਨੂੰ ਕਰਜ਼ਈ ਕਾਰ 5-5 ਪੈਨਸ਼ਨਾਂ ਲੈਣ ਵਾਲੇ ਸਿਆਸੀ ਲੀਡਰਾਂ ਤੇ ਆਵਾਰਾ ਪਸ਼ੂਆਂ ਦਾ ਪਿੰਡ ਦੇ ਵਿੱਚ ਆਉਣਾ ਸਖਤ ਮਨਾ ਹੈ। ਸਿਆਸਤਦਾਨਾਂ ਦੇ ਪ੍ਰਤੀ ਸਖਤ ਸ਼ਬਦਾਵਲੀ ਵਰਤੀ ਗਈ ਹੈ। ਗੱਲਬਾਤ ਕਰਾਂਗੇ ਪਿੰਡ ਦੇ ਲੋਕਾਂ ਦੇ ਨਾਲ। ਆਖਰ ਸਿਆਸਤਦਾਨਾਂ ਦੀ ਇੱਥੇ ਨੋ ਐਂਟਰੀ ਕਿਉਂ? ਕਿਉਂਕਿ ਪਹਿਲਾਂ ਤਾਂ ਇਹ ਮੰਨਿਆ ਜਾਂਦਾ ਸੀ ਕਿ ਸਿਆਸਤਦਾਨ ਜੇ ਪਿੰਡਾਂ ਦੇ ਵਿੱਚ ਗੇੜਾ ਲਾਉਣਗੇ ਤਾਂ ਹੀ ਪਿੰਡ ਵਿਕਾਸ ਕਰਨਗੇ। ਪਰ ਅੱਜ ਜਿਹੜਾ ਮਾਹੌਲ ਸਾਲ 2022 ਦਾ ਬਣਦਾ ਜਾ ਰਿਹਾ, ਚੋਣਾਂ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਸਿਆਸਤਦਾਨਾਂ ਨੂੰ ਨਹੀਂ ਵੜਨ ਦਿੱਤਾ ਜਾ ਰਿਹਾ। ਪਹਿਲਾਂ ਬੀਜੇਪੀ ਦਾ ਬਾਈਕਾਟ ਕੀਤਾ ਗਿਆ ਸੀਗਾ ਕਿ ਬੀਜੇਪੀ ਵਾਲਿਆਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ। ਪਰ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ, ਹੋਰ ਸਿਆਸੀ ਪਾਰਟੀਆਂ ਦਾ ਵੀ ਜਿਹੜਾ ਬਾਈਕਾਟ ਹੈਗਾ ਉਹ ਵੀ ਹੋ ਰਿਹਾ ਹੈ। ਗੱਲਬਾਤ ਕਰਾਂਗੇ ਪਿੰਡ ਦੇ ਲੋਕਾਂ ਨਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਤੁਹਾਡਾ ਜੀ? ਬਲਜੀਤ ਸਿੰਘ। ਬਲਜੀਤ ਸਿੰਘ ਜੀ, ਚੇਤਾਵਨੀ ਦਿੱਤੀ ਗਈ ਹੈ ਪਿੰਡ ਦਾ ਵਿਕਾਸ ਤਾਂ ਸਿਆਸਤਦਾਨਾਂ ਨਹੀਂ ਕਰਨਾ ਹੁੰਦਾ। ਜੇ ਸਿਆਸਤਦਾਨ ਵੜਨਗੇ ਫਿਰ ਵਿਕਾਸ ਕਿਵੇਂ ਹੋਊਗਾ? ਨਹੀਂ, ਮੇਨ ਤਾਂ ਗੱਲ ਇਹ ਹੈਗੀ ਸਾਡੇ ਪਿੰਡਾਂ ਦੇ ਵਿੱਚ ਜਿਹੜਾ ਵਿਕਾਸ ਅੱਜ ਤੱਕ ਦਾ ਹੋਇਆ 74 ਸਾਲਾਂ ਤੋਂ, ਜਿੰਨੇ ਵੀ ਜੇ ਦੇਸ਼ ਆਜ਼ਾਦ ਹੋਇਆ ਸਾਡਾ, ਤੇ ਹਾਲ ਤੱਕ ਸਾਡੇ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਦੇ ਵਿੱਚ ਸਰਕਾਰਾਂ ਬੜੀਆਂ ਹੋਈਆਂ ਨੇ। ਤੋਂ ਗਲੀਆਂ ਨਾਲੀਆਂ ਦੇ ਨਾਲ ਇਹਦਾ ਵਿਕਾਸ ਕਰਕੇ ਕੀ ਖੱਟ ਲਿਆ? ਉਹ ਸਾਡੇ ਪਿੰਡ ਦੇ ਮੇਨ ਜਿਹੜੇ ਟੋਬੇ ਨੇ, ਸਭ ਤੋਂ ਪਹਿਲਾਂ ਤਾਂ ਉਹ ਬੰਦ ਹੋਏ ਪਏ ਨੇ। ਤੇ ਮੇਨ ਹੁਣ ਜਿਹੜਾ ਕਿਸਾਨੀ ਦਾ ਮੁੱਦਾ ਚੱਲ ਰਿਹਾ, ਸਭ ਤੋਂ ਪਹਿਲਾਂ ਤਾਂ ਉਹਨੂੰ ਸਪੋਰਟ ਕਰਨ ਦੀ ਗੱਲ ਹੈਗੀ ਹੈ। ਤੋ ਕਿਸਾਨੀ ਮੁੱਦਾ ਜਿਹੜਾ ਹੈਗਾ ਉਹ ਸਾਰੇ ਪਬਲਿਕ, ਇਕੱਲੇ ਕਿਸਾਨਾਂ ਵਾਸਤੇ ਨਹੀਂ ਹੈਗੇ, ਜਿਹੜੇ ਆਮ ਪਬਲਿਕ ਹੈਗੀ ਹੈ, ਐਸਸੀਬੀਸੀ ਬਿਨਾਂ ਜ਼ਮੀਨਾਂ ਵਾਲੇ ਜਿਹੜੇ ਮਜ਼ਦੂਰ ਏਕਤਾ ਹੈਗੀ ਹੈ, ਉਹਨਾਂ ਵਾਸਤੇ ਸਾਰਿਆਂ ਵਾਸਤੇ ਇੱਕੋ ਹੈਗਾ। ਤੇ ਮੇਨ ਤਾਂ ਗੱਲ ਇਹ ਹੈਗੀ ਹੈ ਵੀ ਅਸੀਂ ਉਹ ਕਿਸਾਨ ਮੋਰਚੇ ਨੂੰ ਸਪੋਰਟ ਕਰ ਰਹੇ ਹਾਂ ਤੇ ਮੇਨ ਤਾਂ ਉਹਨਾਂ ਨਾਲ ਸਾਥ ਦੇਣ ਦੀ ਗੱਲ ਹੈਗੀ ਆ। ਸਾਥ ਦੇਣ ਦੀ ਗੱਲ ਹੈਗੀ। ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਜੀ ਜਸਵੰਤ ਸਿੰਘ ਹੈ ਜੀ, ਮਿਰਜ਼ਾਪੁਰ ਤੋਂ। ਜੀ। ਸਾਬਕਾ ਸਰਪੰਚ ਵੀ ਰਹੇ ਅਸੀਂ 93 ਚ। ਹੁਣ ਵੀ ਅਸੀਂ ਆਪਣੇ ਬਲਾਕ ਪ੍ਰਧਾਨ ਵੀ ਰਹੇ ਕਾਂਗਰਸ ਦੇ। ਵੀ ਇਹਨਾਂ ਨੇ ਜੋ 73 ਸਾਲਾਂ 'ਚ ਕਰਿਆ, ਇਹਨਾਂ ਦਾ ਬੁਰਾ ਹਾਲ ਕਰਤਾ ਸਾਡਾ ਜ਼ਿਮੀਂਦਾਰਾਂ ਦਾ।
ਔਰ ਹੁਣ ਇਹ ਅਕਾਲੀ ਬੀਜੇਪੀ ਵਾਲੇ ਤਾਂ ਇਕੱਠੇ ਹੋਏ ਵੇ, ਇਹਨਾਂ ਨੇ ਸਾਰਿਆਂ ਨੇ 13-14 ਬੰਦਿਆਂ ਨੇ ਉਧਰ ਤੋਂ ਰਲ ਕੇ ਬੀਜੇਪੀ ਤੋਂ ਹਟ ਕੇ ਇਹ ਅਕਾਲੀ ਦਲ ਜੁਆਇਨ ਕਰ ਲਿਆ। ਹੁਣ ਇਹ ਅਕਾਲੀ ਦਲ ਤੋਂ ਇਲੈਕਸ਼ਨ ਲੜ ਰਹੇ, ਇਹ ਇੱਕੋ ਜੁੱਟੇ ਦੋਵੇਂ ਪਾਰਟੀਆਂ। ਇਹ ਬੀਜੇਪੀ ਨਾਲ ਅਕਾਲੀਆਂ ਦਾ ਕੋਈ ਫਰਕ ਨਹੀਂ ਆ, ਅੰਦਰ ਖਾਤੇ ਇਹਨਾਂ ਦਾ ਸਮਝੌਤੇ ਹੈਗੇ। ਹੁਣ ਸਾਡੇ ਅਸੀਂ ਜਿਸ ਦਿਨ ਪੋਸਟਰ ਲਾਏ ਆਏ 2 ਦਿਨ ਅਸੀਂ ਲੌਸਮੈਂਟ ਕਰਦੇ ਰਹੇ ਪਿੰਡ ਦੇ ਵਿੱਚ ਵੀ ਆਓ ਇਕੱਠੇ ਹੋਈਏ, ਇਕੱਠੇ ਹੋ ਕੇ ਗੱਲ ਕਰੀਏ ਆਪਾਂ ਵੀ ਆਪਾਂ ਨੇ ਕੀ ਕਰਨਾ, ਅਗਲਾ ਕੀ ਵਿਚਾਰਧਾਰਾ ਆਪਣੀ। ਪਰ ਉਹ ਬੰਦੇ ਜਿਹੜੇ ਬੀਜੇਪੀ ਅਕਾਲੀਆਂ ਦੇ ਉਹ ਸਾਡੇ ਕੋਲ ਨਹੀਂ ਆਏ, ਇੱਥੇ ਗੁਰਦੁਆਰਾ ਸਾਹਿਬ ਆਏ ਨਹੀਂ ਆ ਕੋਈ ਵੀ। ਅਸੀਂ ਅਖੀਰ ਨੂੰ ਅਸੀਂ ਆਪਣੇ ਬਾਹਰੋਂ ਨਿਕਲ ਕੇ ਅਸੀਂ ਇਹ ਪੋਸਟਰ ਲਾਉਣਾ ਸ਼ੁਰੂ ਕਰ ਦਿਆ। ਜਦ ਹੀ 2-3 ਬੰਦੇ ਇੱਥੇ ਆ ਗਏ ਕਹਿੰਦੇ ਤੁਸੀਂ ਸਾਡੇ ਪੋਸਟਰਾਂ ਦੇ ਹੱਥ ਲਾ ਕੇ ਦਿਖਾਓ, ਨਾ ਕਿ ਸਾਡਾ ਕੋਈ ਪੋਸਟਰ ਟਾਉਣ ਦਾ ਕੋਈ ਕੁੱਚਾ ਫੇਰਨ ਦਾ ਕੋਈ ਇਰਾਦਾ ਨਹੀਂ ਸੀ, ਪਰ ਇਹਨਾਂ ਨੇ ਜਾਣ ਬੁੱਝ ਕੇ ਮੁੱਦਾ ਬਣਾਇਆ। ਮੁੱਦਾ ਬਣਾ ਕੇ ਇੱਥੇ ਤੂੰ ਮੈਂ ਉਹੀ ਤੁਹਾਨੂੰ ਬੁਰਾ ਭਲਾ ਹੀ ਬੋਲੇ ਹੋ। ਇਹਨਾਂ ਨੇ ਸਾਡੇ ਤੇ ਪਰਚੇ ਕਰਾਏ। ਅਸੀਂ 8 ਬੰਦੇ ਸੀ ਜਿਹਨਾਂ ਤੇ ਪਰਚਾ ਕਰਾਇਆ ਇਹਨਾਂ ਨੇ, ਪਰ ਉੱਥੇ ਹਾਜ਼ਰ ਮੈਂ ਹੀ ਸੀ ਇਕੱਲਾ। ਜਦ ਮੈਨੂੰ ਥਾਣੇ ਬੁਲਾਇਆ ਗਿਆ ਸੁਨੇਹਾ ਦੇ ਕੇ ਵੀ ਤੁਹਾਨੂੰ ਇੰਸਪੈਕਟਰ ਸਾਹਿਬ ਨੇ ਬੁਲਾਇਆ, ਗੱਲ ਕਰਨੀ ਹੈ ਕੋਈ। ਚਲੋ ਮੈਂ ਕਿਹਾ ਵੀ ਚਲੋ ਗੱਲਾਂ ਹੁੰਦੀਆਂ ਰਹਿੰਦੀਆਂ, ਮੈਂ ਚਲਿਆ ਗਿਆ। ਜਿੱਦਣ ਇਹ ਪਹਿਲਾਂ ਹੋਇਆ ਗੱਲ ਨਿਬੜ ਗਈ ਸੀ, ਦੁਬਾਰਾ ਤੀਸਰੇ ਦਿਨ ਜਿਹੜਾ ਮੈਨੂੰ ਪਲਾਨ ਬਣਾ ਕੇ ਫਿਰ ਬੁਲਾਇਆ ਗਿਆ ਉੱਥੇ ਵੀ ਆਓ ਜੀ ਗੱਲ ਕਰਨੀ ਹੈ ਜਸਵੰਤ ਸਿੰਘ ਤੁਹਾਡੇ ਨਾਲ। ਮੈਂ ਉੱਥੇ ਗਿਆ ਜੀ, ਮੈਨੂੰ ਕਹਿੰਦਾ ਤੇਰੇ ਤੇ ਇਹ ਫੋਟੋ ਹੈ ਜੀ, ਤੇਰੇ ਕੋਲ ਗੰਡਾਸੀ ਹੈ ਜੀ, ਇਹ ਹੈ ਜੀ। ਮੇਰੇ ਸੱਟ ਤੇ ਥੋੜੀ ਜਿਹੀ ਲੱਗੀ ਤੇ ਗੋਡੇ ਦੇ ਸੱਟ, ਮੈਂ ਤੁਹਾਨੂੰ ਦਿਖਾਵਾਂ ਜੇ ਮੇਰਾ ਮੁੱਠੇ ਵਾਲਾ ਇੱਕ ਡੰਡਾ ਪਿਆ ਸਲਿੱਪ ਹੋਣ ਤੋਂ, ਮੈਂ ਉਹ ਲੈ ਕੇ ਤਲੇ ਕੱਢਿਆ ਸੀ। ਉਹ ਕਹਿੰਦੇ ਸਾਡੇ ਦਾ ਗੰਡਾਸੀਆਂ ਲੈ ਕੇ ਆ ਗਏ ਜੀ ਇਹ। ਹਾਂਜੀ, ਸਾਨੂੰ ਉੱਥੇ ਥਾਣੇ ਦਾ ਰਾਸ ਕਰਕੇ ਇਹਨਾਂ ਨੇ ਸਾਡੀ ਮੇਰੀ ਇਕੱਲੇ ਦੀ ਜ਼ਮਾਨਤ ਕਰੀ। 2 ਬੰਦੇ 150 ਚ ਪਾਏ ਇਹਨਾਂ ਨੇ। ਬਾਕੀ ਮੁੰਡੇ ਆ ਜਿਹੜੇ ਸਾਡੇ ਨਵੇਂ ਮੁੰਡੇ ਆ ਸਾਰੇ ਇਹਨਾਂ ਦੇ ਸਾਰਿਆਂ ਦੇ ਨਾਂ ਸੀ ਇੱਥੇ। ਤੁਸੀਂ ਜਿਵੇਂ ਦੱਸਿਆ ਤੁਸੀਂ ਕਾਂਗਰਸ ਦੇ ਨਾਲ ਜੁੜੇ ਹੋਏ ਤੇ ਜਿਹੜਾ ਪੋਸਟਰ ਲਾਇਆ ਹੋਇਆ, ਫਿਰ ਕਾਂਗਰਸ ਦੀ ਇੱਥੇ ਐਂਟਰੀ ਹੈਗੀ, ਨੋ ਐਂਟਰੀ ਹੈ? ਨੋ ਐਂਟਰੀ ਹੈ ਸਾਰਿਆਂ ਦੀ। ਅਸੀਂ ਸਾਰਿਆਂ ਦੀ ਨੋ ਐਂਟਰੀ ਕਰੀ ਵੀ ਹੈ। ਅਸੀਂ ਨਾ ਕਿ ਕਿਸੇ ਅਕਾਲੀ ਦਲ ਦੀ ਬੀਜੇਪੀ ਦੀ, ਅਸੀਂ ਸਾਰਿਆਂ ਦੀ ਕਰੀ ਹੈ। ਇਹ ਜਾ ਕੇ ਉੱਤੇ ਕਿਸਾਨੀ ਅੰਦੋਲਨ 'ਚ ਬੈਠਣ, ਪਹਿਲਾਂ ਸਾਡੇ ਫੈਸਲੇ ਠੀਕ ਕਰਾਉਣੇ, ਸਾਡੇ ਹੱਕ 'ਚ ਕਰਾ ਕੇ ਕਿਸਾਨੀ ਦੇ ਹੱਕ 'ਚ ਕਰਾ ਕੇ ਫੈਸਲੇ, ਫਿਰ ਇਹ ਵੋਟਾਂ ਮੰਗਣ ਆਉਣ। ਪਰ ਸਿਆਸਤਦਾਨ ਇਹ ਕਹਿੰਦੇ ਨੇ ਉੱਥੇ ਜਾਂਦੇ ਆ, ਜਦੋਂ ਰਵਨੀਤ ਬਿੱਟੂ ਗਏ ਤੇ ਉੱਥੇ ਵੀ ਉਹਨਾਂ ਨਾਲ ਮਾਰਕੁੱਟ ਹੋਈ ਹੈ, ਇਸ ਕਰਕੇ ਉਹ ਵੀ ਉੱਥੇ ਨਹੀਂ ਜਾ ਰਹੇ ਹੈਗੇ। ਮਾਹੌਲ ਕਹਿੰਦੇ ਉੱਥੇ ਵੀ ਠੀਕ ਨਹੀਂ। ਮਾਹੌਲ ਤਾਂ ਠੀਕ ਬਣੇਗਾ ਜੇ ਬਣਾਉਣਗੇ ਤਾਂ ਹੀ ਬਣੇਗਾ। ਜਾ ਕੇ ਲੋਕ ਪਬਲਿਕ 'ਚ ਬੈਠਣ, ਜਾ ਕੇ ਆਪਣੀ ਗੱਲ ਪਬਲਿਕ 'ਚ ਰੱਖਣ। ਪਬਲਿਕ ਵਾਲੇ ਆਪੇ ਕਹਿਣਗੇ ਇਹਨਾਂ ਨੂੰ ਵੀ ਦਿਓ ਵੀ ਟਾਈਮ। ਠੀਕ ਹੈ, ਪਰ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ, ਸਿਆਸਤਦਾਨਾਂ ਦੀ ਨੋ ਐਂਟਰੀ ਤੁਸੀਂ ਕਰਤੀ, ਗੁੱਸਾ ਹੈਗਾ ਕਿ ਪਿੰਡਾਂ ਦਾ ਜਿਹੜਾ ਵਿਕਾਸ ਹੈਗਾ ਉਸ ਪੱਧਰ ਤੇ ਨਹੀਂ ਹੋ ਸਕਿਆ ਜਿੰਨਾ ਹੋਣਾ ਚਾਹੀਦਾ ਸੀਗਾ ਨਾ। ਅੱਜ ਕਿਸਾਨ ਅੰਦੋਲਨ ਵੀ ਚੱਲ ਰਿਹਾ ਹੈਗਾ, ਪਰ ਇਸ ਵਿਚਾਲੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹ ਤਾਂ ਇਹ ਗੱਲ ਆਖ ਰਹੀਆਂ ਨੇ ਕਿ ਪਿੰਡਾਂ ਦੇ ਸਿਰਫ ਬੀਜੇਪੀ ਦਾ ਬਾਈਕਾਟ ਕਰਨਾ, ਬਾਕੀ ਕਿਸੇ ਸਿਆਸੀ ਪਾਰਟੀ ਦਾ ਨਹੀਂ ਕਰਨਾ। ਫਿਰ ਤੁਸੀਂ ਤਾਂ ਇੱਥੇ ਬੋਰਡ ਲਾਇਆ ਹੋਇਆ ਸਾਰੀ ਸਿਆਸੀ ਪਾਰਟੀਆਂ ਦਾ ਬਾਈਕਾਟ। ਅਸੀਂ ਕਿਸੇ ਨੂੰ ਵੀ ਲਾਈਕ ਨਹੀਂ ਕਰਦੇ, ਸਾਰੇ ਲੁਟੇਰੇ ਆਏਗੇ ਇਕੱਠੇ ਹੋਏ ਵੇ, ਲੁੱਟ ਕੇ ਦਿਖਾ ਕੇ ਪੰਜਾਬ ਨੂੰ। ਇਹ ਲੁੱਟ ਨਹੀਂ ਖਾ ਕੇ ਹੁਣ ਇਹਨਾਂ ਨੇ ਸਾਡੇ ਬੱਲੇ ਕਿਆ ਛੱਡਿਆ ਹੋਇਆ? ਅੰਦਰ ਖਾਤੇ ਉੱਤੇ ਗੱਲਾਂ ਕਰਦੇ ਆ ਜਾ ਕੇ। ਅਸੀਂ ਕਿਹਨੂੰ ਪਾਈਏ ਵੋਟ? ਫਿਰ ਉਹੀ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਲੋਕ ਕਿਹਨੂੰ ਵੋਟ ਪਾਉਣ? ਵੋਟ ਤਾਂ ਪਾਉਣੀ ਪੈਂਦੀ ਹੈ ਕਿਉਂਕਿ ਆਪਣਾ ਲੋਕਤੰਤਰਿਕ ਸਿਸਟਮ ਚੱਲਦਾ ਆ ਰਿਹਾ ਨਾ। ਆਪਣੇ ਕੋਲ ਵੋਟ ਦਾ ਅਧਿਕਾਰ ਹੈ, ਜਿਹੜਾ ਕੰਮ ਨਹੀਂ ਕਰਦਾ ਆਪਾਂ ਉਹਨੂੰ ਗੱਦੀ ਤੋਂ ਲਾ ਦਿੰਦੇ ਆ। ਤੇ ਇਸ ਵਾਰ ਫਿਰ ਜੇ ਗੱਦੀ ਤੇ ਚੜਾਉਣਾ ਤੇ ਕਿਹਨੂੰ ਚੜਾਉਣਾ, ਇਹ ਕੀ ਦੇਖਿਆ? ਅੰਦੋਲਨ ਦਾ ਫੈਸਲਾ ਹੋਏਗਾ, ਕਿਸਾਨ ਅੰਦੋਲਨ ਦਾ ਜਿੱਦਣ ਫੈਸਲਾ ਹੋ ਗਿਆ ਲੋਕ ਉਧਰ ਵੋਟ ਪਾਉਣਗੇ, ਸਾਰੇ ਉਧਰ ਨੂੰ ਵੋਟ ਪਾਉਣਗੇ। ਬਾਪੂ ਜੀ ਤੁਹਾਡਾ ਕੀ ਨਾਮ? ਗੁਰਬਚਨ ਸਿੰਘ ਹੈ ਜੀ ਮੇਰਾ। ਗੁਰਬਚਨ ਸਿੰਘ ਜੀ, ਹਾਂਜੀ। ਤੁਸੀਂ ਕੀ ਚਾਹੁੰਦੇ ਕਿ ਸਿਆਸਤਦਾਨਾਂ ਨੂੰ ਜੇ ਪਿੰਡਾਂ 'ਚ ਨਹੀਂ ਵੜਨ ਦਿੱਤਾ ਜਾਂਦਾ, ਇਹਦੇ ਨਾਲ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਤਣਾਅ ਵਧੂਗਾ ਹੋਰ ਜ਼ਿਆਦਾ? ਮੈਂ ਇਸ ਦਾ ਜਵਾਬ ਤੁਹਾਨੂੰ ਦਿੰਦਾ ਜੀ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਬੀਜੇਪੀ ਤੇ ਅਕਾਲੀ ਤੇ ਵਿੱਚੇ ਕਾਂਗਰਸ, ਇਹਨਾਂ ਨੇ ਪਿੰਡਾਂ ਦੇ ਵਿੱਚ ਪਾਰਟੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਵੀ ਇਹਨਾਂ ਦੇ ਅੰਦੋਲਨ ਨੂੰ ਢਾਹ ਲੱਗੂਗੀ। ਅਸੀਂ ਇਹ ਪਾਰਟੀਆਂ ਨਹੀਂ ਬਣ ਦੇਣੀਆਂ। ਅਸੀਂ ਕਿਸਾਨੀ ਅੰਦੋਲਨ ਦੇ ਨਾਲ ਜੁੜੇ ਰਹਾਂਗੇ ਤੇ ਉੱਥੇ ਅਸੀਂ ਆਂਦੇ ਜਾਂਦੇ ਆ। ਅੰਦੋਲਨ ਤੇ ਸਾਡੇ ਪਿੰਡ ਨੇ ਘੱਟ ਦੇ ਘੱਟ 10 ਲੱਖ ਰੁਪਈਆ ਖਰਚਿਆ। ਅੱਛਾ ਜੀ। ਹਾਂਜੀ, ਤੇ ਚਰਨਜੀਤ ਬਰਾੜ ਨੇ 10 ਬੰਦਿਆਂ ਪਰ ਪਰਚੇ ਦਰਜ ਕਰਾਏ, ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਦਾ ਵਿਧਾਇਕ ਬਣਾ ਕੇ ਵਿਧਾਇਕ ਚੁਣਨੇ ਵਾਸਤੇ ਰਾਜਪੁਰਾ ਹਲਕੇ ਤੋਂ ਉਮੀਦਵਾਰ ਬਣਾਇਆ। ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਸਭ ਦਾ ਬਾਈਕਾਟ ਕਰਾਂਗੇ। ਸਭ ਦਾ ਬਾਈਕਾਟ ਸਾਰਿਆਂ ਦਾ ਕਰਾਂਗੇ ਜੀ। ਸਾਡਾ ਪਾਰਟੀ ਨਾਲ ਕੋਈ ਮਤਲਬ ਨਹੀਂ, ਸਾਡਾ ਸਿਰਫ ਕਿਸਾਨਾਂ ਨਾਲ ਮਤਲਬ ਹੈ। ਠੀਕ ਹੈ ਜੀ। ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ, ਨੌਜਵਾਨ ਜਿਹੜੇ ਅੱਗੇ ਆਉਣ, ਮੈਂ ਉਹਨਾਂ ਨੂੰ ਵੀ ਗੱਲਬਾਤ ਕਰਨਾ ਚਾਹੁੰਦਾ। ਤੇ ਬਾਈ ਜੀ, ਜਿੱਦਾਂ ਨੌਜਵਾਨ ਵੀ ਇਸ ਅੰਦੋਲਨ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਵੱਡੇ ਪੱਧਰ ਦੇ ਉੱਤੇ, ਦਿੱਲੀ ਦੇ ਬਰੂਹਾਂ ਉੱਤੇ ਹਾਲੇ ਵੀ ਬੈਠੇ ਨੇ, ਬਜ਼ੁਰਗ ਵੀ ਬੈਠੇ ਨੇ, ਬੱਚੇ ਵੀ ਬੈਠੇ ਹੋਏ ਨੇ ਨਾ। ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਜਿਵੇਂ ਇੱਥੇ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਨੇ ਪਰਚੇ ਵੀ ਕਰਵਾਏ ਦਰਜ ਹੈ ਨਾ, ਪਰ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਅਸੀਂ ਤਾਂ ਕਿਸਾਨਾਂ ਦੇ ਲਈ ਆਪਣੀ ਕੁਰਸੀ ਤੱਕ ਵੀ ਛੱਡਤੀ। ਹਰਸਿਮਰਤ ਕੌਰ ਬਾਦਲ ਨੇ ਕੇਂਦਰ ਦੀ ਕੁਰਸੀ ਜਿਹੜੀ ਹੈਗੀ ਸੀ, ਕੇਂਦਰੀ ਕੈਬਨਿਟ ਦੀ, ਉਹਨੂੰ ਕੁਰਸੀ ਨੂੰ ਲੱਤ ਮਾਰ ਦਿੱਤੇ, ਵਾਪਸ ਆ ਗਏ। ਬੀਜੇਪੀ ਦੇ ਨਾਲ ਜਿਹੜਾ ਗੱਠਜੋੜ ਹੈਗਾ ਸੀ, ਕਹਿੰਦੇ ਅਸੀਂ ਤਾਂ ਉਹ ਵੀ ਤੋੜ ਦਿੱਤਾ। ਕਹਿੰਦੇ ਹੋਰ ਅਸੀਂ ਕੀ ਕਰੀਏ ਕਿਸਾਨਾਂ ਜੋਗਾ? ਸਭ ਤੋਂ ਪਹਿਲਾਂ ਹਮਦਰਦ ਟੀਵੀ ਦਾ ਇੱਥੇ ਆਉਣ ਤੇ ਸਵਾਗਤ ਹੈ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ।
ਇਹ ਜੀ ਹੁਣ ਅਗਰ ਬੀਜੇਪੀ ਦਾ ਇਹਨਾਂ ਨੇ ਬਾਈਕਾਟ ਮਤਲਬ ਆਪਣਾ ਤੋੜ ਲਿਆ ਤੇ ਫਿਰ ਬੀਜੇਪੀ ਦੇ ਬੰਦੇ ਕਿਉਂ ਆਪਣੇ 'ਚ ਸ਼ਾਮਲ ਕਰ ਰਹੇ ਹੈ? ਬੀਜੇਪੀ ਨੇ ਇਹ ਚਾਲ ਹੈ ਵੀ ਅਕਾਲੀ ਦਲ 'ਚ ਬੀਜੇਪੀ ਦੇ ਬੰਦੇ ਪਾ ਕੇ ਚੋਣ ਲੜਾ ਦਿਓ ਇਹਨਾਂ ਨੂੰ। ਇਹ ਬੀਜੇਪੀ ਦੀ ਇੱਕ ਚਾਲ ਹੈ ਬਹੁਤ ਤਕੜੀ। ਕਿਸਾਨਾਂ ਨੂੰ ਇਹ ਹੁਣ ਅੰਦੋਲਨ ਚੱਲ ਰਿਹਾ ਜੀ, ਆਪਣਾ ਅੰਦੋਲਨ ਨੂੰ ਢਾਹ ਲਾ ਰਹੇ ਜੀ। ਇਹ ਪੂਰੇ ਰੈਲੀਆਂ ਕਰ ਰਹੇ, ਕਿਸਾਨਾਂ ਨੂੰ ਜਾਣ ਤੋਂ ਰੋਕ ਰਹੇ ਜੀ। ਸਾਡੇ ਪਿੰਡ ਕਈ ਬੰਦਿਆਂ ਨੂੰ ਉਹਨਾਂ ਨੇ ਦਬ ਕੇ ਵੀ ਮਾਰੇ ਵੀ ਤੁਸੀਂ ਕਿਸਾਨਾਂ ਨਾਲ ਨਹੀਂ ਜਾਣਾ, ਅੰਦੋਲਨ 'ਚ ਨਹੀਂ ਜਾਣਾ, ਅਸੀਂ ਤੁਹਾਡਾ ਰਾਸ਼ਨ ਬੰਦ ਕਰ ਦੂੰਗੇ, ਕਾਰਡ ਕੱਟ ਦੂੰਗੇ, ਇਹ ਕਰ ਦੂੰਗੇ। ਇਸ ਕਰਕੇ ਅਸੀਂ ਇਹ ਬੀਜੇਪੀ ਅਕਾਲੀ ਸਭ ਇੱਕੋ ਹੀ ਹੈ। ਬੀਜੇਪੀ ਅਕਾਲੀ ਇੱਕੋ ਨੇ। ਤੇ ਇਹਦੇ ਵਿੱਚ ਪਿੰਡਾਂ ਦਾ ਫਿਰ ਵਿਕਾਸ ਕਿਵੇਂ ਹੋਊਗਾ ਜੇ ਆਪਾਂ ਸਿਆਸਤਦਾਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦਿਆਂਗੇ ਨਾ, ਤੇ ਫਿਰ ਮਸਲੇ ਕਿਵੇਂ ਹੱਲ ਹੋਣਗੇ? ਇਹ ਤਾਂ ਜੀ ਸਭ ਤੋਂ ਪਹਿਲਾ ਮੁੱਦਾ ਆਪਣਾ ਕਿਸਾਨੀ ਅੰਦੋਲਨ ਹੈ ਜੀ। ਜਦੋਂ ਤੱਕ ਕਿਸਾਨੀ ਮਸਲਾ ਆਪਣਾ ਹੱਲ ਨਹੀਂ ਹੁੰਦਾ ਉਦੋਂ ਤੱਕ ਸਾਰੀਆਂ ਪਾਰਟੀਆਂ ਦਾ ਬਾਈਕਾਟ ਰੱਖੋ। ਇਹਨਾਂ ਨੂੰ ਕਹੋ ਉੱਥੇ ਜਾ ਕੇ ਮੋਦੀ ਜੀ ਨੂੰ ਕਹਿਣ ਵੀ ਇਹ ਕਿਸਾਨਾਂ ਦਾ ਮਸਲਾ ਹੱਲ ਕਰੋ, ਫਿਰ ਆ ਕੇ ਵੋਟ ਮੰਗਣ। ਠੀਕ ਹੈ। ਜੇ ਇਹ ਸਾਡੇ ਹੱਕ 'ਚ ਭੁਗਤਦੇ ਆ ਫਿਰ ਅਸੀਂ ਵੋਟ ਵੀ ਪਾਵਾਂਗੇ। ਹਰਿਆਣੇ ਦੇ ਵਿੱਚ ਕੱਲ ਕਿਸਾਨਾਂ ਦੇ ਉੱਤੇ ਡਾਂਗਾ ਬਣਾਈਆਂ ਜਾਂਦੀਆਂ ਨੇ, ਕਈ ਤਸਵੀਰਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਨਾ, ਤੇ ਖੂਨ ਦੇ ਨਾਲ ਕੱਪੜੇ ਲੱਥਪੱਥ ਹੁੰਦੇ ਨੇ। ਤੇ ਹਰਿਆਣੇ ਦੀ ਜਿਹੜੀ ਕੱਲ ਘਟਨਾ ਵਾਪਰੀ ਉਸ ਨੂੰ ਤੁਸੀਂ ਕਿਸ ਸੰਦਰਭ ਦੇ ਵਿੱਚ ਦੇਖਦੇ ਹੋ? ਕੀ ਲੱਗਦਾ ਅਗਲਾ ਮਾਹੌਲ ਕੀ ਬਣੂਗਾ? ਇਹ ਤਾਂ ਜੀ ਉੱਥੇ ਹਰਿਆਣੇ 'ਚ ਬੀਜੇਪੀ ਦੀ ਸਰਕਾਰ ਹੈ, ਮੋਦੀ ਜੀ ਦੀ ਸਰਕਾਰ ਹੈ, ਉਹ ਧੱਕਾ ਕਰ ਰਹੇ ਜੀ ਕਿਸਾਨਾਂ ਨਾਲ। ਇਹ ਸਰਾਸਰ ਗਲਤ ਹੈ ਜੀ। ਇਹ ਤਾਂ ਗਲਤ ਹੈ। ਇਹ ਕੱਲ ਨੂੰ ਇੱਥੇ ਵੀ ਹੋ ਜਾਊਗਾ ਜੀ ਅਗਰ ਅਸੀਂ ਇਹ ਏਕਾ ਨਾ ਕਰਿਆ ਪਿੰਡਾਂ ਨੇ। ਕੱਲ ਨੂੰ ਇੱਥੇ ਵੀ ਇਹੀ ਕੁਝ ਹੋਣਾ ਜੀ ਫਿਰ। ਠੀਕ ਹੈ। ਇਹ ਅਕਾਲੀ ਦਲ ਧੱਕਾ ਕਰ ਰਿਹਾ ਜੀ ਸਰੇਆਮ ਸਾਡੇ ਨਾਲ। ਸਾਡੇ ਬਜ਼ੁਰਗਾਂ ਦੇ ਪਰਚਾ ਕਰਿਆ ਜੀ ਅਸੀਂ, ਇਹ ਸਿਰਫ ਬੋਰਡ ਹੀ ਲਾਇਆ ਜੀ। ਇਹ ਕਹਿੰਦੇ ਜੀ ਇਹ ਤੁਸੀਂ ਰੋਕ ਕੇ ਦਿਖਾਓ ਸਿਆਸੀ ਲੀਡਰਾਂ ਨੂੰ, ਅਸੀਂ ਵੜਾਂਗੇ ਜੀ। ਇਹ ਤੁਸੀਂ ਇੱਧਰ ਕੈਮਰਾ ਮਾਰ ਕੇ ਦੇਖੋ, ਸਾਰੀਆਂ ਦੀਵਾਰਾਂ ਤੁਸੀਂ ਦੇਖੋ। ਇਹ ਕਿਸਾਨੀ ਅੰਦੋਲਨ ਦੇ ਚੱਲਦੇ ਠੀਕ ਨਹੀਂ ਹੈਗਾ ਕੰਮ। ਇਹਨਾਂ ਦੇ ਲੋਕਾਂ ਦੀ ਜ਼ਮੀਰ ਮਰ ਗਈ ਜੀ। ਇਹ ਜ਼ਮੀਰ ਦੇ ਹੱਕਦਾਰ ਨਹੀਂ ਹੈ। ਪਹਿਲਾਂ ਅਸੀਂ ਇੱਥੋਂ ਟਰਾਲੀਆਂ ਗਈਆਂ 26 ਤਰੀਕ ਨੂੰ ਜਿਹੜਾ ਕੱਟ ਸੀ ਨਾ ਕਿਸਾਨੀ ਅੰਦੋਲਨ ਦਾ, ਸਾਡੇ 15 ਟਰੈਕਟਰ ਇੱਥੇ ਤਿਆਰ ਹੋਏ, ਟੋਚਨ ਲਾਏ। ਇਹ ਬੰਦੇ ਜਿਹੜੇ ਅਕਾਲੀ ਦਲ ਦੇ ਇਹ ਵੀ ਨਾਲ ਸੀ। ਇਹਨਾਂ ਦੀ ਹੁਣ ਜ਼ਮੀਰ ਅਲਾਉ ਨਹੀਂ ਕਰ ਰਹੀ। 20,000 ਰੁਪਇਆ ਇਹਨਾਂ ਨੇ ਟੋਚਨ ਤੇ ਖਰਚ ਕਰਿਆ ਇੱਕ ਦੋ ਦੇ ਪਿੱਛੇ ਜੋੜਨ ਵਾਸਤੇ ਟਰੈਕਟਰ। ਪਰ ਜਦ ਜਿਹੜੇ ਬੰਦੇ ਦੀ ਜ਼ਮੀਰ ਹੀ ਰਹੀ ਉਹਦਾ ਸਭ ਕੁਝ ਖਤਮ ਹੈ। ਪਰ ਇੱਕ ਸਵਾਲ ਇੱਥੇ ਜ਼ਰੂਰ ਖੜਾ ਹੋਊਗਾ ਕਿਉਂਕਿ ਲੋਕ ਵੀ ਜਾਣਨਾ ਚਾਹਣਗੇ ਤੁਹਾਡੇ ਤੋਂ। ਤੁਸੀਂ ਇੱਕ ਪਾਸੇ ਕਹਿ ਰਹੇ ਹੋ ਜੋ ਕਿਸਾਨ ਅੰਦੋਲਨ ਦਾ ਫੈਸਲਾ ਹੋਊਗਾ ਅਸੀਂ ਉਸ ਨੂੰ ਮੰਨਾਂਗੇ, ਉਹ ਸਿਰ ਮੱਥੇ ਹੋਊਗਾ। ਕਿਸਾਨ ਜਥੇਬੰਦੀਆਂ ਦੇ ਆਗੂ ਕਹਿੰਦੇ ਨੇ ਬੀਜੇਪੀ ਦਾ ਘਿਰਾਓ ਕਰਨਾ, ਦੂਜਿਆਂ ਦਾ ਆਪਾਂ ਨਹੀਂ ਕਰਨਾ ਹੈਗਾ ਘਿਰਾਓ ਨਾ। ਤੁਸੀਂ ਇਹ ਫੈਸਲਾ ਤਾਂ ਨਹੀਂ ਮੰਨ ਰਹੇ ਉਹਨਾਂ ਦਾ। ਤੁਸੀਂ ਸ਼ਰੇਆਮ ਲਿਖਿਆ ਹੋਇਆ ਕਿ ਕਿਸੇ ਦੀ ਐਂਟਰੀ ਇੱਥੇ ਨਹੀਂ ਹੋ ਸਕਦੀ ਹੈ ਨਾ। ਤੇ ਦੂਜੇ ਪਾਸੇ ਪਿੰਡਾਂ ਦਾ ਜਿਹੜਾ ਵਿਕਾਸ ਹੈਗਾ ਉਹ ਕਰਨਾ ਤਾਂ ਸਿਆਸਤਦਾਨਾਂ ਨੇ ਹੈ ਨਾ, ਸਿਆਸਤਦਾਨਾਂ ਦੇ ਕੋਲੋਂ। ਜੇ ਤੁਹਾਨੂੰ ਨਹੀਂ ਲੱਗਦਾ ਕਿ ਜੇ ਕਿਸੇ ਦੀ ਐਂਟਰੀ ਨਾ ਹੋਈ ਹੈ, ਇੱਥੋਂ ਕੋਈ ਨੁਮਾਇੰਦਾ ਹੀ ਨਹੀਂ ਚੁਣਿਆ ਜਾਂਦਾ, ਤੇ ਫਿਰ ਜਿਹੜਾ ਪਿੰਡ ਹੈਗਾ ਉਹ ਤਾਂ ਵਿਕਾਸ ਤੋਂ ਸਖਣਾ ਰਹਿ ਜਾਊਗਾ। ਨਹੀਂ ਜੀ ਨਹੀਂ, ਇਹ ਜਿਹੜੇ ਸਿਆਸਤਦਾਨ MLA ਬੈਠੇ ਆ ਨਾ, ਇਹ ਵੀ ਮੂੰਹ ਦੇਖ ਕੇ ਟਿੱਕੇ ਕੱਢਦੇ ਆ। ਜਿਹੜਾ ਇਹਨਾਂ ਦੇ ਜ਼ਿਆਦਾ ਗੋਡੇ ਹੱਥ ਲਾਉਂਦਾ ਨਾ ਉਹਨਾਂ ਨੂੰ ਗ੍ਰਾਂਟਾਂ ਦੇ ਹੋ ਰਹੀਆਂ। ਆਮ ਇਹ ਨਹੀਂ ਆ ਵੀ ਜਿਹਨੂੰ ਹਿੱਸਾ ਬਣਦਾ ਕੋਈ ਗ੍ਰਾਂਟ ਦਿਓ। ਸਾਡੇ ਪਿੰਡ 'ਚ 5 ਰੁਪਏ ਨਹੀਂ ਆਏ, ਨਰੇਗਾ ਤੇ ਆਇਆ ਵਾ ਜੋ ਨਾ ਆਇਆ ਵਾ, ਸਾਡੇ 1 ਰੁਪਈਆ ਨਹੀਂ ਆਇਆ ਵਾ ਕੋਈ। ਉਗਰਾਹਾਂ ਸਾਹਿਬ ਜੋ ਜਥੇਬੰਦੀ ਦੇ ਆਗੂ ਨੇ ਤੇ ਉਹ ਤਾਂ ਇਹ ਕਹਿ ਰਹੇ ਨੇ ਕਿ ਅਸੀਂ ਕਿਸੇ ਵੀ ਸਿਆਸੀ ਪਾਰਟੀ ਦੀ ਹਮਾਇਤ ਦਾ ਐਲਾਨ ਨਹੀਂ ਕਰਾਂਗੇ ਨਾ। ਤੇ ਤੁਹਾਨੂੰ ਕੀ ਲੱਗਦਾ ਕਿ ਉਗਰਾਹਾਂ ਸਾਹਿਬ ਨੂੰ ਖੁਦ ਜਿਹੜੀ ਜਥੇਬੰਦੀ ਹੈਗੀ ਚੋਣਾਂ ਦੇ ਵਿੱਚ ਉਤਰਨਾ ਚਾਹੀਦਾ ਉਹਨਾਂ ਨੂੰ? ਕਿਉਂਕਿ ਅਸੀਂ ਜਦੋਂ ਪਿੰਡਾਂ ਜਾ ਰਹੇ ਹਾਂ ਤਾਂ ਪਿੰਡ ਦੇ ਜਿਹੜੇ ਲੋਕ ਹੈਗੇ ਨੇ ਉਹ ਕਹਿੰਦੇ ਅਸੀਂ ਤਾਂ ਰਵਾਇਤੀ ਪਾਰਟੀਆਂ ਤੋਂ ਤੰਗ ਆ ਗਿਆ। ਕਿਸਾਨ ਜਥੇਬੰਦੀ ਦੇ ਆਗੂਆਂ ਨੂੰ ਕੋਈ ਵੱਡਾ ਫੈਸਲਾ ਲੈ ਕੇ ਕੋਈ ਪਾਰਟੀ ਖੜੀ ਕਰਨੀ ਚਾਹੀਦੀ ਹੈ ਤਾਂ ਜੋ ਜਿਹੜਾ ਆਪਣੇ ਪੰਜਾਬ ਦਾ ਵਿਕਾਸ ਹੋ ਸਕੇ। ਤੁਹਾਨੂੰ ਕੀ ਲੱਗਦਾ ਕਿ ਉਗਰਾਹਾਂ ਸਾਹਿਬ ਨੂੰ ਲੈਣਾ ਚਾਹੀਦਾ ਫੈਸਲਾ? ਹਾਂਜੀ, ਇਹ ਫੈਸਲਾ ਪਾਰਟੀਆਂ ਨੂੰ ਲੈਣਾ ਚਾਹੀਦਾ ਹੈ। ਇਹ 30-32 ਜਥੇਬੰਦੀਆਂ ਕਿਹਾ 117 MLA 4-4 ਆਉਂਦੇ, 3-3 ਆਉਂਦੇ, ਇਹ ਕਢਾ ਕੇ ਸਰਕਾਰ ਬਣਾਉਣ ਆਪਣੀ। ਜੇ ਤਾਂ ਇਹਨਾਂ ਨੇ ਵੋਟਾਂ 'ਚ ਕਿਸੇ ਨੂੰ ਫੈਸਲਾ ਨਹੀਂ ਲੈਣਾ ਇਹ ਤਾਂ ਫਿਰ ਲਟੇਰੇ ਫਿਰ ਆ ਜਾਣੇ ਅੱਗੇ ਨੂੰ। ਆਉਣੇ ਤਾਂ ਉਹੀ ਹੈ। ਸਮਾਂ ਘੱਟ ਰਹਿ ਗਿਆ, ਹਾਲ ਤੱਕ ਜਥੇਬੰਦੀਆਂ ਨੇ ਕੋਈ ਕਦਮ ਨਹੀਂ ਚੁੱਕਿਆ। ਨਹੀਂ ਹੋ ਸਕਦਾ ਹੈ। ਸੋ ਪਿੰਡ ਦੀ ਰਾਏ ਵੀ ਜਾਣ ਲਾਂਗੇ ਇਸ ਬਾਰੇ ਕਿ ਲੋਕ ਕੀ ਚਾਹੁੰਦੇ ਨੇ, ਕਿਉਂਕਿ ਅਸੀਂ ਬਹੁਤ ਸਾਰੇ ਪਿੰਡਾਂ ਵਿੱਚ ਜਦੋਂ ਗਏ ਹਾਂ ਤੇ ਪਿੰਡਾਂ ਦੇ ਲੋਕ ਹਮੇਸ਼ਾ ਹੀ ਇਹ ਗੱਲ ਕਹਿੰਦੇ ਨੇ ਕਿ ਅਸੀਂ ਤਾਂ ਰਵਾਇਤੀ ਪਾਰਟੀਆਂ ਤੋਂ ਤੰਗ ਆ ਗਏ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਕੋਈ ਨਵਾਂ ਫਰੰਟ ਖੜਾ ਹੋਵੇ। ਤੇ ਪਿੰਡ ਦੇ ਜਿਹੜੇ ਲੋਕ ਚਾਹੁੰਦੇ ਨੇ ਵਾਕਈ ਇੱਕ ਨਵਾਂ ਫਰੰਟ ਖੜਾ ਹੋਣਾ ਚਾਹੀਦਾ ਹੈ, ਇੱਕ ਮਜ਼ਬੂਤ ਫਰੰਟ ਹੋਣਾ ਚਾਹੀਦਾ ਹੈ। ਉਹ ਆਪਣਾ ਹੱਥ ਉੱਪਰ ਜ਼ਰੂਰ ਕਰ ਦੇਣ ਜੀ ਇੱਕ ਵਾਰੀ। ਸੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਪਿੰਡ ਦੇ ਲੋਕਾਂ ਨੇ ਹੱਥ ਉੱਪਰ ਕੀਤਾ। ਇੱਧਰ ਨੂੰ ਵੀ ਕੈਮਰਾ ਘੁਮਾ ਦਿਓ। ਜ਼ਿਆਦਾਤਰ ਲੋਕਾਂ ਦਾ ਸਭ ਦਾ ਕਹਿਣਾ ਹੈ ਕਿ ਇੱਕ ਨਵਾਂ ਤੀਜਾ ਮਜ਼ਬੂਤ ਫਰੰਟ ਆਉਣਾ ਚਾਹੀਦਾ ਹੈ। ਬਾਪੂ ਜੀ ਕਿਉਂ ਆਉਣਾ ਚਾਹੀਦਾ ਤੀਜਾ ਫਰੰਟ, ਕੀ ਮੰਨਦੇ ਹੋ ਤੁਸੀਂ? ਹੁਣ ਤਾਂ ਇਹ ਤਾਂ ਚਾਚੇ ਤਾਈ ਹੈ ਜੀ। ਕਦੀ ਇੱਧਰ ਤੇ ਅਸਤੀਫਾ ਦੇ ਆ, ਦੂਏ ਪਾਸੇ ਵੜ ਗਏ, ਦੂਏ ਪਾਸੇ ਦੇ ਦੂਏ ਪਾਸੇ ਵੜ ਗਏ। ਇਹ ਤਾਂ ਉਹੀ ਹੈਗੇ, ਘੁੰਮ ਘਮਾ ਕੇ ਆਈ ਜਾਣੇ। ਤੀਆ ਫਰੰਟ ਹੋਊਗਾ ਇਹਦੇ 'ਚ ਉਹ ਬੰਦੇ ਨਹੀਂ ਹੋਣੇ। ਨਵਜੋਤ ਸਿੰਘ ਸਿੱਧੂ ਤੋਂ ਚਾਚੇ ਤਾਂ ਇਹਨਾਂ ਦਾ ਨਹੀਂ ਆਇਆ ਪਿਆ, ਉਹ ਤਾਂ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਨਿਸ਼ਾਨੇ ਵਿੰਨ ਰਹੇ ਨੇ। ਨਹੀਂ ਜੀ ਨਹੀਂ, ਉਹ ਪਹਿਲਾਂ ਵੀ ਕਦੀ ਫਲਾਣੇ ਥਾਂ ਤੇ ਅਸਤੀਫਾ ਦਿਆ, ਫਲਾਣੇ ਤੋਂ ਵੜ ਗਿਆ, ਫਲਾਣੇ ਤੋਂ ਤੇ ਅਸਤੀਫਾ ਦਿਆ, ਫਲਾਣੇ ਤੋਂ ਵੜ ਗਿਆ। ਚੱਕਰ ਉਹੀ ਹੈ, ਕੋਈ ਘੱਟ ਵੱਧ ਨਹੀਂ ਹੈਗੇ ਜੀ। ਨਹੀਂ, ਉਹ ਤਾਂ ਕਹਿ ਰਹੇ ਕਿ ਕਿਸਾਨਾਂ ਦੀ ਹਾਲਤ ਜੇ ਸੁਧਾਰਨੀ ਹੈ ਸਾਨੂੰ ਪ੍ਰੋਗਰਾਮ ਨੂੰ ਲਿਖਣੇ ਪੈਣਗੇ। ਉਹਨਾਂ ਨੇ ਇੱਕ ਪ੍ਰੋਗਰਾਮ ਵੀ ਪਿੱਛੇ ਪੇਸ਼ ਕੀਤਾ ਕਿ ਪਾਕਿਸਤਾਨ ਵਾਲਾ ਬਾਰਡਰ ਖੋਲ੍ਹਣਾ ਚਾਹੀਦਾ ਸਾਨੂੰ, ਕੇਂਦਰ ਸਰਕਾਰ ਨੂੰ।
ਇੱਥੇ MSP ਕਿਸਾਨਾਂ ਨੂੰ ਖੁਦ ਦੇਣੀ ਚਾਹੀਦੀ ਹੈ, ਜੇ ਕੇਂਦਰ ਸਰਕਾਰ ਨਹੀਂ ਦਿੰਦੀ ਤਾਂ ਉਹ ਤਾਂ ਕਿਸਾਨਾਂ ਦੇ ਹੱਕ ਵਿੱਚ ਲਗਾਤਾਰ ਨਵਜੋਤ ਸਿੰਘ ਸਿੱਧੂ ਬੋਲਦੇ ਨੇ। ਇਸ ਦੇ ਬਾਵਜੂਦ ਤੁਹਾਨੂੰ ਲੱਗ ਰਿਹਾ ਕਿ ਉਹਨਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ? ਭਰੋਸਾ ਕਿਸ ਤਰ੍ਹਾਂ ਕਰੀਏ ਜੀ, ਉਹ ਵੀ ਤਾਂ ਪਾਰਟੀ ਬਾਜੇ ਆ, ਉਹ ਕਿਹੜਾ ਬਿਨਾਂ ਪਾਰਟੀ ਦੇ ਹੀ ਆ ਜੀ, ਉਹ ਵੀ ਤਾਂ ਪਾਰਟੀ ਵਾਲੇ ਹੀ ਆ ਜੀ, ਕਦੀ ਕਾਂਗਰਸ 'ਚ ਵੜ ਗਏ ਕਦੀ ਫਲਾਣੇ ਦੇ। ਉਹ ਕਾਂਗਰਸੀ ਤੇ ਇਹ ਅਕਾਲੀ ਦਲ ਸਾਈਨ ਕਰਕੇ ਆਏ ਆਪ ਇਹਨਾਂ ਦੇ ਕੋਲ, ਮੋਦੀ ਕੋਲ। ਹੁਣ ਸਾਡਾ ਬੇਵਕੂਫ ਬਣਾ ਰਹੇ ਇਹ ਲੋਕ ਵੀ ਇਹਨਾਂ ਦੇ ਅੰਦੋਲਨ ਨੂੰ ਢਾਹ ਲੱਗ ਜਾਵੇ। ਇਹ ਸਾਡਾ ਲੋਕ ਇੰਨੇ ਬੇਵਕੂਫ ਨਹੀਂ ਹੈ, ਲੋਕ ਪੜ੍ਹੇ ਲਿਖੇ ਹੈ, ਇਹਨਾਂ ਦੀ ਰਾਜਨੀਤੀਆਂ ਨੂੰ ਸਭ ਜਾਣਦੇ ਹੈ। ਬਾਪੂ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਕਰ ਸਕਦਾ ਕੁਝ ਕਿ ਨਹੀਂ? ਇਹਦਾ ਜੀ ਆਜੋ ਆਜੋ ਅੱਗੇ ਆਜੋ। ਇਸੇ ਕਰਕੇ ਤੁਹਾਡੇ ਕੋਲ ਆਇਆ ਕਿ ਜਿਹੜੀ ਸੱਚਾਈ ਹੈਗੀ ਇਹ ਪਤਾ ਲੱਗੇ। ਪੰਜਾਬ ਦੇ ਵਿੱਚ ਰਵਾਇਤੀ ਪਾਰਟੀ ਤੋਂ ਤੰਗ ਹੋਇਆ, ਵਾਕਈ ਲੱਗਦਾ ਕਿ ਹਾਲੇ ਕੋਈ ਪਾਰਟੀ ਹੈਗੀ ਜਿਹੜੀ ਵਿਕਾਸ ਕਰ ਸਕਦੀ ਹੈ? ਨਹੀਂ, ਉਹਦਾ ਇਹੀ ਹੈ ਜੀ, ਜੋ ਕਿਸਾਨਾਂ ਵੱਲੋਂ ਹੋਏਗਾ ਉਸੇ ਨੂੰ ਵੋਟ ਪਾਵਾਂਗੇ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਨਵਜੋਤ ਸਿੰਘ ਸਿੱਧੂ ਬਾਰੇ। ਇਸ ਵੇਲੇ ਨਵਜੋਤ ਸਿੰਘ ਸਿੱਧੂ ਖਿੱਚ ਦਾ ਕੇਂਦਰ ਨੇ। ਲਗਾਤਾਰ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰੀ ਕੋਈ ਅਜਿਹਾ ਪ੍ਰਧਾਨ ਜਿਹੜਾ ਲਗਾਤਾਰ ਆਪਣੀ ਸਰਕਾਰ ਦੇ ਉੱਤੇ ਨਿਸ਼ਾਨੇ ਵਿੰਨਦਾ ਹੋਵੇ ਤੇ ਉਸ ਤੋਂ ਬਾਅਦ ਇਹ ਕਹਿੰਦਾ ਹੋ ਕਿ ਪੰਜਾਬ ਦਾ ਜਿਹੜਾ ਵਿਕਾਸ ਹੈਗਾ ਇਹਨਾਂ ਕਰਕੇ ਰੁਕਿਆ ਹੋਇਆ ਹੈ। ਕੀ ਲੱਗਦਾ ਨਵਜੋਤ ਸਿੰਘ ਸਿੱਧੂ ਬਦਲ ਸਕਦੇ ਨੇ ਤਸਵੀਰ ਪੰਜਾਬ ਦੀ? ਮੈਂ ਇੱਕ ਤੁਹਾਨੂੰ ਬੇਨਤੀ ਕਰਦਾ, ਨਵਜੋਤ ਸਿੱਧੂ ਕੋਲ ਬਿਜਲੀ ਮਹਿਕਮਾ ਦਿਆ ਸੀ, ਮੰਤਰੀ ਬਣਾਇਆ ਸੀ, ਇਹਨੇ ਆਪਣੀ ਸਰਕਾਰ 'ਚ ਕਿਉਂ ਨਾ ਕਰਿਆ 3 ਰੁਪਏ ਯੂਨਿਟ? ਜਦ ਇਹਨੂੰ ਮਹਿਕਮਾ ਦਿਆ ਸੀ, ਜਦ ਇਹ ਬਾਜਟ ਆਉਂਦਾ ਨਾ 4.5 ਇਤਰੀ ਲਗਾਉਂਦੇ 4.5 ਸਾਲ। ਹੁਣ ਕਹਿੰਦਾ ਮੈਂ 3 ਰੁਪਏ ਯੂਨਿਟ ਕਰੂੰਗਾ। ਹੈ ਇਹ ਸਭ ਡਰਾਮੇਬਾਜ਼ੀ ਹੈ ਸਿੱਧੂ ਸਾਹਿਬ ਦੀ। ਐਡੀ ਕੋਈ ਗੱਲ ਨਹੀਂ ਸਿੱਧੂ ਸਾਹਿਬ ਦੀ ਲੋਕਾਂ ਦੇ ਪੱਲੇ ਪਈ, ਜਾਨੀ ਉਹ ਕਹਿੰਦਾ ਸੀ। ਇਹ ਨਹੀਂ ਗੱਲ ਆਈ ਕੋਈ ਲੋਕ ਤਾਂ ਲਾ ਦਿਓ ਚਿੱਕਾ ਜੀ, ਵਜਾ ਦਿਓ ਤਾੜੀਏ, ਗੱਲਾਂ ਕਰਨ ਵਾਲੀਆਂ ਕੋਈ ਸਟੇਜ ਤੇ। ਇੰਦਾ ਲੋਕ ਸੁਣ ਤੋਂ ਹਟ ਗਏ, ਇਹ ਤਾਂ ਹਾਂ ਇਹਦੇ ਭਾਸ਼ਣ ਤੋਂ ਸੁਣ ਤੋਂ ਤੰਗ ਆ ਗਏ ਲੋਕ। ਮਦਾਰੀ ਬਣ ਗਿਆ ਜੀ, ਮਦਾਰੀ। ਹਾਂ, ਇਹਨਾਂ ਦਾ ਕੋਈ ਉਹ ਸਟੈਂਡ ਨਹੀਂ ਹੈਗਾ ਇਹਦਾ। ਤੇ ਜਿਹੜੇ ਉਹਨਾਂ ਦੇ ਸਿਆਸੀ ਸਲਾਹਕਾਰਾਂ ਕਰਕੇ ਵਿਵਾਦ ਖੜਾ ਹੈ ਕਸ਼ਮੀਰ ਦੇ ਮਸਲੇ ਦੇ ਉੱਤੇ, ਤੁਸੀਂ ਕੀ ਸੋਚਦੇ ਹੋ ਕਿ ਉਹਨਾਂ ਸਿਆਸੀ ਸਲਾਹਕਾਰਾਂ ਦੀ ਟਿੱਪਣੀਆਂ ਠੀਕ ਸੀ ਜਾਂ ਗਲਤ ਸੀਗੀਆਂ? ਉਹ ਗਲਤ ਹੈਗੀਆਂ, ਇੱਕ ਦੂਏ ਤੇ ਟਿੱਪਣੀਆਂ ਕਰਨੀਆਂ ਬਹੁਤ ਗਲਤ ਹੈਗੀਆਂ। ਭਾਈ ਤੁਹਾਨੂੰ ਮੈਂ ਪੁੱਛਣਾ ਚਾਹੁੰਦਾ, ਜਿਹੜੇ ਸੁਖਬੀਰ ਸਿੰਘ ਬਾਦਲ ਵੀ ਇਸ ਵੇਲੇ ਮੈਦਾਨ ਦੇ ਵਿੱਚ ਉਤਰੇ ਹੋਏ ਨੇ, ਕਹਿੰਦੇ ਅਸੀਂ ਸਰਕਾਰ ਬਣਾਵਾਂਗੇ ਆਪਣੀ। ਉਹਨਾਂ ਨੇ ਬਸਪਾ ਦੇ ਨਾਲ ਗੱਠਜੋੜ ਕਰ ਲਿਆ। ਬਸਪਾ ਦੇ ਨਾਲ ਗੱਠਜੋੜ ਕਰਨ ਦਾ, ਕਿਉਂਕਿ ਕਿਸਾਨੀ ਅੰਦੋਲਨ ਵੀ ਚੱਲ ਰਿਹਾ ਹੈ, ਇਸ ਵਿਸਾਲੇ BJP ਨਾਲ ਗੱਠਜੋੜ ਟੁੱਟਦਾ ਹੈ ਤੇ ਬਸਪਾ ਦੇ ਨਾਲ ਹੁੰਦਾ ਹੈ ਗੱਠਜੋੜ ਉਹਨਾਂ ਦਾ। ਲੱਗਦਾ ਹੈ ਕਿ ਉਹ ਇਸ ਵਾਰ ਵੋਟ ਬੈਂਕ ਨੂੰ ਪ੍ਰਭਾਵਿਤ ਕਰ ਸਕਣਗੇ? ਨਹੀਂ, ਇਸ ਵਾਰ ਕੋਈ ਪ੍ਰਭਾਵਿਤ ਨਹੀਂ ਕਰਨਾ ਜੀ। ਮੇਨ ਤਾਂ ਜਿਹੜਾ ਸਾਡਾ ਕਿਸਾਨੀ ਮੁੱਦਾ ਚੱਲਦਾ ਹੈ, ਇਹਨੇ ਹੀ ਪ੍ਰਭਾਵਿਤ ਕਰਨਾ, ਕਿਉਂਕਿ ਪੁਰਾਣੀਆਂ ਸਰਕਾਰਾਂ ਵੀ 10 ਸਾਲ ਪਿੱਛੇ ਰਹਿ ਚੁੱਕੀ ਹੈ। ਬਾਦਲ ਸਰਕਾਰ ਤੋਂ ਪਿਛਲੇ ਵਾਰ ਵੀ ਉਹੀ ਸੀਗਾ, ਇਹਨਾਂ ਦਾ ਪੈਸੇ ਲੈ ਕੇ ਪੈਸੇ ਖਾਣੇ। ਉਹ ਪਿੰਡਾਂ ਦਾ ਕੀ ਵਿਕਾਸ ਹੈ? ਕੀ ਵਿਕਾਸ ਕੀਤਾ ਪਿੰਡਾਂ ਦੇ ਵਿੱਚ ਇਹਨਾਂ ਨੇ? ਪਿੰਡਾਂ ਦਾ ਮੇਨ ਕੀ ਵਿਕਾਸ ਹੈ? ਹਰ ਬੰਦੇ ਨੇ ਆਪਣਾ ਮਕਾਨ ਆਪ ਬਣਾਉਣਾ, ਆਪਣੀ ਰੋਟੀ ਆਪ ਬਣਾ ਕੇ ਖਾਣੀ ਹੈ। ਸਰਕਾਰ ਕੀ ਦਿੰਦੀ ਹੈ ਇਹਨਾਂ ਨੂੰ? ਸਰਕਾਰ ਗਰਾਂਟਾਂ ਦਿੰਦੀ ਹੈ। ਸਰਕਾਰ ਗਰਾਂਟਾਂ ਦੇ ਕੇ ਪਿੰਡਾਂ ਦੇ ਵੀ ਕਿੱਥੇ ਲਾਉਂਦੀਆਂ? ਤੁਸੀਂ ਆਪ ਕੈਮਰਾ ਮਾਰ ਕੇ ਦੇਖੋ, ਪਿੰਡਾਂ ਦੇ ਵਿੱਚ ਹਾਲਾਤ ਦੇਖੋ, ਪਿੰਡਾਂ ਦੇ ਜਿਹੜੇ SCVC ਘਰ ਨੇ ਉਹਨਾਂ ਦੀਆਂ ਹਾਲਾਤਾਂ ਦੇਖੋ ਤੁਸੀਂ ਜਾ ਕੇ, ਘਰਾਂ ਦੀਆਂ ਨਾਲੀਆਂ ਗਲੀਆਂ ਦੀਆਂ ਹਾਲ ਤੱਕ ਵਿਗੜੀਆਂ ਪਈਆਂ ਨੇ। ਕਿੱਥੇ ਗਿਆ ਉਹ ਪੈਸਾ ਜਿਹੜਾ ਪੁਰਾਣੀ ਸਰਕਾਰਾਂ ਨੇ ਲਾਇਆ? ਪਿਛਲੀ ਸਰਕਾਰ ਕਿੰਨੀ ਵਾਰੀ ਬਾਦਲ ਸਰਕਾਰ ਆਈ ਹੈ, ਪਰ ਉਹ ਪੈਸਾ ਕਿੱਥੇ ਲਾਇਆ ਇਹਨਾਂ ਲੋਕਾਂ ਨੇ? ਤੇ ਹੁਣ ਜਿਵੇਂ ਅਨਿਲ ਜੋਸ਼ੀ ਸ਼ਾਮਲ ਹੁੰਦੇ ਨੇ ਅਕਾਲੀ ਦਲ ਦੇ ਵਿੱਚ, ਹੈ ਨਾ, ਤੇ ਤੁਹਾਨੂੰ ਕੀ ਕਰਦਾ ਜਿਹੜਾ ਘਟਨਾਕ੍ਰਮ ਹੈਗਾ? ਤੁਸੀਂ ਕਹਿ ਰਹੇ ਹੋ BJP ਵਾਲੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਰਹੇ ਨੇ, ਪਰ ਅਨਿਲ ਜੋਸ਼ੀ ਵੀ ਤਾਂ ਕਿਸਾਨਾਂ ਦੀ ਹਮਾਇਤ ਕਰਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ। ਨਹੀਂ, ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਪਾਵਾਂਗਾ। ਤਾਂ ਮੇਨ ਤਾਂ ਜਿਹੜਾ ਇਹਨਾਂ ਦਾ ਟਾਰਗੇਟ ਹੈਗਾ ਹੁਣ ਹਾਈ ਸਰਕਲ ਦੇ ਹੈਗਾ। ਅਸੀਂ ਦੇਖ ਆਮ ਨਾਰਮਲ ਨਾਗਰਿਕ ਹੈਗੇ ਆ। ਇਹ ਜਿਹੜਾ ਇਹਨਾਂ ਦਾ BJP ਦਾ ਜਿਹੜਾ ਅੱਗੇ ਘਟਨਾਕ੍ਰਮ ਹੈਗਾ, ਇਹ ਵੈਸੇ ਕਿਸੇ ਨੂੰ ਪਬਲਿਕ ਨੂੰ ਨਹੀਂ ਪਤਾ, ਕਿਉਂਕਿ ਹਾਈ ਸਕੇਲ ਦੇ ਵੀ ਕੀ ਗੱਲਾਂ ਹੁੰਦੀਆਂ ਨੇ। ਇਹ ਤਾਂ ਮੌਕੇ ਦੀ ਜੋ ਇਲੈਕਸ਼ਨ ਹੋਏਗਾ ਉਸ ਟਾਈਮ ਹੀ ਪਤਾ ਲੱਗੇਗਾ। ਇਲੈਕਸ਼ਨ ਦੇ ਵਿੱਚ ਮੰਨ ਕੇ ਚਲੋ ਵੀ ਆਪਣੇ ਅਕਾਲੀ ਦਲ ਜਿੱਤ ਵੀ ਜਾਂਦਾ, ਉਹ ਤਾਂ ਮੌਕੇ ਤੇ ਪਤਾ ਲੱਗੇਗਾ BJP ਤੇ ਜਾਂਦੇ ਨੇ ਜਾਂ ਨਹੀਂ ਜਾਂਦੇ ਨੇ। ਅਗਰ ਇਹ BJP ਦੀ ਕਿਸੇ ਸਰਕਾਰ ਦੇ ਵਿੱਚ ਨਹੀਂ ਵੀ ਜਾਂਦੇ ਤਾਂ ਇਹ ਕੀ ਕਰਨਗੇ? ਇਕੱਲੀ ਸਰਕਾਰ ਬਣਾ ਕੇ ਵੀ ਕੀ ਕਰ ਲੈਣਗੇ? ਇਹਨਾਂ ਨੂੰ ਗ੍ਰਾਂਟ ਕਿੱਥੋਂ ਆਏਗੀ? ਸਭ ਤੋਂ ਪਹਿਲਾਂ ਗੱਲ ਤਾਂ ਇਹ ਹੈ ਕਿ ਪੈਸਾ ਕਿੱਥੋਂ ਆਏਗਾ? ਸੈਂਟਰ ਨੂੰ। ਸੈਂਟਰ ਤੋਂ ਪੈਸਾ ਆਏਗਾ ਤਾਂ ਹੀ ਸੂਬਾ ਸਰਕਾਰ ਕੁਝ ਕਰ ਪਾਏਗੀ। ਸਿਆਸਤਦਾਨਾਂ ਬਾਰੇ ਹੁਣ ਤੁਸੀਂ ਕੀ ਅਖੀਰ ਦੇ ਵਿੱਚ ਕਹਿਣਾ ਚਾਹੋਗੇ? ਇਹ ਹੁਣ ਜੀ ਮੈਂ ਤੁਹਾਨੂੰ ਇੱਕ ਹੋਰ ਬੇਨਤੀ ਕਰਦਾ। ਹੁਣ ਬਾਦਲ ਪਰਿਵਾਰ ਨੇ ਜਿਹੜੇ ਅਸਤੀਫੇ ਦੇ ਪਹਿਲਾਂ ਤਾਂ ਮਤੇ ਪਾਸ ਕਰਕੇ ਆ ਗਏ, ਜਾਂ ਲੋਕਾਂ ਨਾਲ ਨਾ ਪਿੰਡਾਂ 'ਚ ਆਉਣਾ ਦੁੱਭਰ ਕਰਤਿਆ, ਫਿਰ ਇਹਨਾਂ ਨੇ ਜਾ ਕੇ ਇੱਥੇ ਰਿਜ਼ਾਈਨ ਦਿਆ ਹੈਗਾ ਵੀ ਅਸੀਂ ਇਹਨਾਂ ਨਾਲ ਸਹਿਮਤ ਨਹੀਂ। ਪਹਿਲਾਂ ਤਾਂ ਇਹਨਾਂ ਦੇ ਫੋਟੋ ਆਪਣੇ ਅਖਬਾਰਾਂ 'ਚ ਸਾਰੀਆਂ ਵੀਡੀਓ ਵਾਇਰਲ ਨੇਗੀਆਂ ਵੀ ਜਦ ਵੱਡੇ ਕਾਨੂੰਨ ਚੰਗੇ ਹੈ ਜੀ, ਸਭ ਕੁਝ ਮਿਲੇਗਾ ਜੀ ਤੁਹਾਨੂੰ। ਜਦ ਤਾਂ ਇਹ ਕਹਿੰਦੇ ਰਹੇ, ਜਦ ਲੋਕਾਂ ਨੇ ਚੱਕੇ ਡੰਡੇ ਇਹਨਾਂ ਦੇ ਮਗਰ, ਫਿਰ ਉਹ ਵਾਪਸ ਕਰਾਉਣ ਚਲੇ ਗਏ। ਇਸ ਵਾਰ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਸ ਦੇ ਕਰਕੇ ਕਾਫੀ ਕੁਝ ਸਿਆਸਤ ਵਿੱਚ ਨਵਾਂ ਵੀ ਦੇਖਣ ਨੂੰ ਮਿਲ ਰਿਹਾ ਹੈਗਾ। ਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀ ਉਹਨਾਂ ਦੇ ਕੈਬਨਿਟ ਮੰਤਰੀ ਕਈ ਵਿਧਾਇਕ ਬਗਾਵਤ ਕਰ ਰਹੇ ਨੇ, ਦਿੱਲੀ ਦੇ ਵਿੱਚ ਜਾ ਕੇ ਮੰਗ ਕਰ ਰਹੇ ਨੇ ਕਿ CM ਦੀ ਕੁਰਸੀ ਤੋਂ ਉਹਨਾਂ ਨੂੰ ਹਟਾਇਆ ਜਾਵੇ, ਹੈ ਨਾ। ਤੇ ਕੀ ਲੱਗ ਰਿਹਾ ਕਿ ਸਾਰਾ ਕੁਝ ਇਹ ਕਿਉਂ ਵਾਪਰ ਰਿਹਾ? ਇਹ ਜਿਹੜੇ ਮੰਤਰੀ ਬਣਾਏ ਹੋਏ ਆ 4.5 ਸਾਲ ਦਾ ਰਹਿਣਾ ਆਨੰਦ ਭੋਗਿਆ, ਖੂਬ ਲਟਾਈ ਕਰੀ ਇਹਨਾਂ ਨੇ। ਹੁਣ ਕੈਪਟਨ ਸਾਹਿਬ ਵੀ ਨਵਾੜੇ ਲਾ ਕੇ ਲੱਗਣ ਅਮਰਿੰਦਰ ਸਿੰਘ।
ਹੁਣ ਮਾੜਾ ਲੱਗਦਾ ਇਹਨਾਂ ਨੂੰ? ਜੇ ਇਹਨਾਂ ਨੂੰ ਚੰਗਾ ਨਹੀਂ ਲੱਗਦਾ ਅਸਤੀਫਾ ਦੇ ਦੇਣੇ, ਅਸਤੀਫਾ ਦੇਣਾ, ਅੱਗੇ ਇਲੈਕਸ਼ਨ ਲੜ ਲੈਣੇ। ਜੇ ਇਹਨਾਂ ਨੇ ਉਹਨਾਂ ਦਾ ਵਿਰੋਧ ਦਿਖਾਉਣਾ, ਅਸਤੀਫੇ ਦੇਣ ਸਾਰੇ ਜਿਹੜੇ ਮੰਤਰੀ ਬਣਾਏ ਹੋਏ ਹੈਗੇ, ਫਿਰ ਦੇਖਦੇ ਵੀ ਇਹ ਕਿੰਨੇ ਕੁ ਜਿੱਤਦੇ ਹੈਗੇ। ਸੋ ਆਮ ਆਦਮੀ ਪਾਰਟੀ ਦਾ ਵੀ ਬਹੁਤ ਕੁਝ ਕਰਿਆ, ਕਰੋੜਾਂ ਰੁਪਇਆ ਮਾਫ ਕਰਿਆ। ਅਕਾਲੀ ਦਲ ਨੇ ਕਦੀ ਪੰਜੀ ਮਾਫ ਕਰੀ ਹੈ ਕਿਸੇ ਦੀ 10 ਸਾਲ 'ਚ? ਚਲੋ ਵਾਅਦੇ ਪੂਰੇ ਹੋ ਗਏ, ਸੈਂਟਰ ਸਰਕਾਰ ਨਹੀਂ ਸੀ, ਸਾਰੇ ਨਹੀਂ ਪੂਰੇ ਕਰ ਸਕਿਆ ਉਹ। ਪਰ ਜਿੰਨਾ ਕੈਪਟਨ ਸਾਹਿਬ ਨੇ ਕਰਿਆ ਹੁਣ ਤੱਕ। ਪਰ ਅਕਾਲੀ ਦਲ ਵਾਲੇ ਕਹਿੰਦੇ ਕਿ ਕਿਸਾਨਾਂ ਦਾ ਜਿਹੜਾ ਟਿਊਬਲਾਂ ਦਾ ਬਿੱਲ ਮਾਫ ਹੋ ਗਏ ਜਾਂ SCBC ਨੂੰ ਬਿਜਲੀ ਮਾਫ ਦੀ ਗੱਲ ਹੋ ਗਈ, ਉਹ ਅਕਾਲੀ ਦਲ ਦੇ ਵਿੱਚ ਕਹਿੰਦੇ ਸਾਰਾ ਕੰਮ ਹੋਇਆ। ਨੋ ਇਹ ਤਾਂ ਇੱਕ 20 ਸਾਲ ਦੀ ਗੱਲ ਚੱਲ ਰਹੀ ਹੈ, ਇੰਨੀ ਪੁਰਾਣੀ ਗੱਲ ਕਿਉਂ ਕਰਦੇ? ਇੱਕੋ ਜੇ ਆਪਾਂ ਅੱਜ ਇਹ ਪੁੱਲ ਲਾ ਦਿਆ, ਆਪਾਂ ਇਸ ਨੂੰ 10 ਸਾਲ ਕਹੀ ਜੋ ਮੈਂ ਪੁੱਲ ਲਾਇਆ, ਇਹ ਗੱਲ ਨਹੀਂ ਤੁਕ ਨਹੀਂ ਬਣਦੀ ਕੋਈ ਨਾ ਦੀ ਹੈਗੀ। ਸੋ ਆਮ ਆਦਮੀ ਪਾਰਟੀ ਬਾਰੇ ਵੀ ਗੱਲ ਕਰ ਲੈਂਦੇ ਆ। ਇੱਥੇ ਆਮ ਆਦਮੀ ਪਾਰਟੀ ਦੀ ਵੀ ਤੁਸੀਂ ਨੋ ਐਂਟਰੀ ਲਿਖੀ ਹੈ। ਉਹਨਾਂ ਨੇ ਤਾਂ ਹਾਲੇ ਸੱਤਾ ਦਾ ਜਿਹੜਾ ਹੈਗਾ ਮੋਹ ਭੋਗਿਆ ਵੀ ਕੋਈ ਨਹੀਂ ਹੈਗਾ ਨਾ, ਆਨੰਦ ਮਾਣਿਆ ਵੀ ਨਹੀਂ ਹੈਗਾ, ਤੇ ਉਹਨਾਂ ਦੀ ਪਹਿਲਾਂ ਹੀ ਤੁਸੀਂ ਨੋ ਐਂਟਰੀ ਕਰ ਦਿੱਤੀ ਇੱਥੇ। ਇਹਨਾਂ ਦੀ ਅਸੀਂ ਸੈਂਟਰ ਕਰਕੇ ਕਰ ਰਹੇ ਹਾਂ। ਇਹ ਸੈਂਟਰ ਵਾਲੇ ਜਿਹੜੇ ਪੰਜਾਬ ਦੇ ਲੀਡਰ ਨੇ, ਉਹਨਾਂ ਦੇ ਫੁੱਲ ਫੇਤ ਕਿਉਂ ਰੱਖਦੇ? ਜਿਹੜਾ ਕੋਈ ਬੋਲਦਾ ਉਹਨੂੰ ਪਿੱਛੇ ਹਟਾ ਦੇਣੇ, ਸੈਂਟਰ ਤੋਂ ਲਿਆ ਕੇ ਇੱਥੇ ਬਿਠਾ ਦਿੰਦੇ ਬੰਦਾ। ਇਸ ਕਰਕੇ ਲੋਕ ਇਹਨਾਂ ਤੋਂ ਵੀ ਦੁਖੀ ਹੈਗੇ। ਤੇ ਤੁਸੀਂ ਕੀ ਚਾਹੁੰਦੇ ਇੱਥੇ ਭਗਵੰਤ ਮਾਨ ਨੂੰ ਐਲਾਨ ਦੇਣਾ ਚਾਹੀਦਾ CM ਦਾ ਚਿਹਰਾ? ਫਿਰ ਐਨੀਬਾਡੀ ਪੰਜਾਬ ਦਾ ਹੋਵੇ, ਕੋਈ ਪੰਜਾਬ ਦਾ ਹੋਵੇ, ਕੋਈ ਵਧੀਆ ਬੰਦਾ ਹੋਵੇ, ਉਹਨੂੰ ਐਲਾਨ ਹੈ ਵੀ ਇਹ ਤਾਂ ਨਹੀਂ ਜਾ ਕੇ ਤੀਆ ਬੰਦਾ ਥੋਪ ਦੇਣਾ ਸਾਡੇ ਤੇ। ਹਾਲੇ ਵੀ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਮੂੰਹ ਜਾਂ ਬੰਦ ਹੀ ਰੱਖਿਆ ਹੋਇਆ ਆਮ ਆਦਮੀ ਪਾਰਟੀ ਦੇ ਬਾਰੇ। ਚਰਚਾ ਹੈਗੀ ਹੈ ਕਿ ਕਿਸੇ ਟਾਈਮ ਵੀ ਉਧਰ ਨੂੰ ਵੀ ਜਾ ਸਕਦੇ ਨੇ ਜੇ ਇੱਧਰ ਕਾਂਗਰਸ ਦੀ ਗੱਲ ਨਾ ਬਣੀ, ਤੇ ਫਿਰ ਲੋਕ ਭਰੋਸਾ ਕਰਨਗੇ ਉਹਨਾਂ ਤੇ। ਨਹੀਂ, ਮੈਂ ਵੀਰ ਜੀ ਗੱਲ ਕਰਨਾ ਤੁਹਾਨੂੰ ਬੇਟਾ ਵੀ ਇਹ ਬੰਦਿਆਂ ਦਾ ਸਿੱਧੂ ਦਾ ਕੋਈ ਲੋਕ ਤਬਾਰ ਨਹੀਂ ਕਰਦੇ। ਹੁਣ ਕਦੀ ਕਿਧਰੀ ਚਲਾ ਜਾਂਦਾ, ਕਦੀ ਕਿਧਰੀ ਚਲਾ ਜਾਂਦਾ, ਇਹਦਾ ਕੋਈ ਤਬਾਰ ਨਹੀਂ ਕਰਦੇ। ਐਡੀ ਗੱਲ ਨਹੀਂ ਹੈਗੀ। ਜੇ ਸਰਕਾਰ ਬਣਾਉਣਗੇ, ਮਹਾਰਾਜ ਸਾਹਿਬ ਬਣਾਉਣਗੇ ਇੱਥੇ। ਕੈਪਟਨ ਅਮਰਿੰਦਰ ਦੀ ਉਹ ਛਵੀ ਹੈਗੀ। ਹਾਲੇ ਬੋਰਡ ਲਾਇਆ ਤੁਸੀਂ ਕਾਂਗਰਸੀਆਂ ਦੀ ਨੋ ਐਂਟਰੀ ਦੀ ਸਰਕਾਰ, ਤੁਸੀਂ ਲੱਗਦਾ ਤੁਹਾਨੂੰ ਅਸੀਂ ਕਿਸਾਨ ਹੀ ਸੀ ਹੈਗੇ ਪਹਿਲਾਂ ਕਿਸਾਨਾਂ ਕਿ ਨਹੀਂ? ਗੱਲਾਂ ਇਹ ਲੱਗ ਰਿਹਾ ਤੁਸੀਂ ਕੈਪਟਨ ਸਾਹਿਬ ਦੇ ਕਿਤੇ ਨਾ ਕਿਤੇ ਕਰੀਬੀ ਲੱਗਦੇ ਪਏ ਹੋ। ਨਹੀਂ, ਸਾਡੇ ਪਰਿਵਾਰਕ ਲਿੰਕ ਵੀ ਆਏਗੇ ਵੀ ਐਵੇਂ ਕਹੀਏ ਅਸੀਂ ਨਾ, ਅਸੀਂ ਬਹੁਤ ਨੇੜੇ ਆ ਪਰਿਵਾਰ ਦੇ। ਕੈਪਟਨ ਅਮਰਿੰਦਰ ਸਿੰਘ ਜੀ ਆਉਣ ਖੁਦ ਇਸ ਪਿੰਡ 'ਚ ਵੜਨ ਦਿਓਗੇ? ਉਹ ਅਗਲੀ ਗੱਲ ਹੈਗੀ। ਅਸੀਂ ਘਰੇ ਬੁਲਾ ਲਾਂਗੇ, ਘਰ ਬੈਠ ਜਾਵਾਂਗੇ ਆ ਕੇ, ਇੱਥੇ ਇਕੱਠ ਨਹੀਂ ਕਰਾਂਗੇ। ਦੇਖ ਲਓ ਤੁਸੀਂ ਰਾਜ ਨਾਲ ਯਾਰੀ ਰੱਖਣਾ ਚਾਹੁੰਦੇ, ਦੂਜੇ ਸਿਆਸਤਦਾਨਾਂ ਨਾਲ ਨਹੀਂ ਹੈ। ਨਹੀਂ ਨਹੀਂ ਹੈਗੀ। ਪਹਿਲਾਂ ਕਿਸਾਨ ਹੈ, ਪਹਿਲਾਂ ਕਿਸਾਨੀ ਨਾਲ ਹੈ, ਉਹਦੇ ਬਾਅਦ ਅੱਗੇ ਹੈ ਗੱਲ। ਅਖੀਰ 'ਚ ਤੁਸੀਂ ਕੀ ਕਹੋਗੇ ਕਿ ਜਿਹੜਾ ਮਾਹੌਲ ਪਿੰਡਾਂ ਦਾ ਬਣਦਾ ਜਾ ਰਿਹਾ, ਕਿਤੇ ਤਣਾਅ ਤਾਂ ਨਹੀਂ ਵੱਧ ਜਾਊਗਾ ਇਸ ਨਾਲ? ਨਹੀਂ, ਕੋਈ ਤਣਾਅ ਨਹੀਂ ਵੱਧਦਾ ਜੀ। ਇਹ ਸਭ ਪਾਰਟੀਆਂ ਦੇ, ਇਹ ਸਭ ਵੋਟ ਬਟੋਰੂ ਟੋਲੇ, ਸਮਝ ਰਹੇ ਨਹੀਂ ਗੱਲ। ਹੁਣ ਇਹ ਕਿਸਾਨੀ ਅੰਦੋਲਨ ਨੂੰ ਫੇਲ ਕਰਨ ਦੇ ਮਾਰੇ ਰੈਲੀਆਂ ਕਰ ਲਓ ਜੀ, ਇਹ ਕਰ ਲਓ, ਉਹ ਕਰ ਲਓ, ਬਈ ਉਧਰੋਂ ਧਿਆਨ ਹਟ ਕੇ ਇੱਧਰ ਆ ਜੇ ਲੋਕਾਂ ਦਾ। ਹੁਣ ਜਿਹੜੇ ਕਿਸਾਨਾਂ ਨਾਲ ਸਾਡੇ ਪਿੰਡ ਵੀ ਹੋਇਆ ਜੀ, ਜਿਸ ਦਿਨ ਅਸੀਂ ਇਹ ਬੋਰਡ ਲਾਏ ਇੱਦਾਂ ਹੀ ਇਕੱਠ ਹੋਇਆ ਸੀ। ਉਹਨਾਂ ਨੇ ਜਿਹੜੇ ਆਪਣੇ ਗਰੀਬ ਬੰਦੇ ਆ ਜੀ, ਦਿਹਾੜੀਦਾਰ ਬੰਦੇ, ਉਹਨਾਂ ਦੇ ਘਰੇ ਜਾ ਕੇ ਉਹਨਾਂ ਨੂੰ ਦਬਕੇ ਮਾਰੇ, ਤੁਹਾਡਾ ਅਸੀਂ ਰਾਸ਼ਨ ਦਾ ਕਾਰਡ ਕੱਟ ਦੂੰਗੇ ਜੀ, ਇਹ ਕਰ ਦੂੰਗੇ, ਤੁਸੀਂ ਧਰਨੇ 'ਚ ਨਹੀਂ ਜਾਣਾ, ਇਹ ਨਹੀਂ ਕਰਨਾ, ਉਹ ਨਹੀਂ ਕਰਨਾ, ਇਹਨਾਂ ਨਾਲ ਨਾ ਤੁਰੋ। ਅਸੀਂ ਇਹ ਅਪੀਲ ਕਰਨਾ ਚਾਹੁੰਦੇ ਜੀ ਵੀ ਇੱਦਾਂ ਦਾ ਕੰਮ ਨਾ ਕਰੋ। ਠੀਕ ਹੈ ਜੀ। ਸੋ ਤੁਸੀਂ ਸੁਣਿਆ ਕਿ ਇਹ ਪਿੰਡ ਮਿਰਜ਼ਾਪੁਰ ਦੇ ਲੋਕ, ਇਹਨਾਂ ਦੀ ਗੱਲਾਂ ਤੋਂ ਇਹ ਗੱਲ ਸਾਫ਼ ਝਲਕਦੀ ਹੈਗੀ ਹੈ ਕਿ ਲੋਕ ਕਾਫੀ ਖਫਾ ਆ ਗਏ ਨੇ ਰਵਾਇਤੀ ਸਰਕਾਰਾਂ ਤੋਂ, ਕਿਉਂਕਿ ਲਗਾਤਾਰ ਲੋਕ ਮੰਗ ਕਰਦੇ ਆਏ ਨੇ, ਮੁੱਢਲੀਆਂ ਜਿਹੜੀਆਂ ਉਹਨਾਂ ਦੀ ਲੋੜਾਂ ਹੈਗੀਆਂ ਨੇ, ਉਹ ਰੋਟੀ ਕੱਪੜਾ ਤੇ ਮਕਾਨ ਚਾਹੁੰਦੇ ਨੇ। ਲੇਕਿਨ ਉਹ ਜਦੋਂ ਮਸਲੇ ਹੱਲ ਨਹੀਂ ਹੁੰਦੇ, ਡਿਵੈਲਪਮੈਂਟ ਰੁਕ ਜਾਂਦੀ ਹੈ, ਉਸ ਤੋਂ ਬਾਅਦ ਜਿਹੜੇ ਸਿਆਸਤਦਾਨ ਦੀ ਆਮਦਨ ਲਗਾਤਾਰ ਵੱਧਦੀ ਜਾਂਦੀ ਹੈ, ਤੇ ਜਿਹਦੇ ਕੋਲ 1 ਕਰੋੜ ਹੁੰਦਾ ਹੈ, ਆਉਣ ਵਾਲੇ 5 ਸਾਲਾਂ ਬਾਅਦ ਜੋ ਚੈੱਕ ਕਰੀਦਾ ਤਾਂ ਉਹਦੇ ਕੋਲ 50 ਕਰੋੜ ਰੁਪਏ ਨਿਕਲਦੇ ਨੇ। ਲੋਕ ਸੋਚਦੇ ਨੇ ਕਿ ਸਿਆਸਤਦਾਨ ਇੰਨੇ ਅਮੀਰ ਕਿਉਂ ਹੋ ਜਾਂਦੇ ਨੇ ਤੇ ਲੋਕ ਗਰੀਬ ਕਿਉਂ ਹੋ ਜਾਂਦੇ ਨੇ। ਇਹ ਇਸ ਕਰਕੇ ਅੱਜ ਪਿੰਡਾਂ ਦਾ ਮਾਹੌਲ ਬਣ ਰਿਹਾ ਕਿ ਸਿਆਸਤਦਾਨਾਂ ਨੇ ਪਹਿਲਾਂ ਵਿਕਾਸ ਦੇ ਵੱਲ ਇੰਨਾ ਧਿਆਨ ਨਹੀਂ ਦਿੱਤਾ ਜਿੰਨਾ ਉਹਨਾਂ ਨੂੰ ਦੇਣਾ ਚਾਹੀਦਾ ਸੀਗਾ। ਤੇ ਥਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਬੋਰਡ ਦੇਖਣ ਨੂੰ ਮਿਲ ਰਹੇ ਨੇ ਕਿ ਅਸੀਂ ਸਿਆਸਤਦਾਨਾਂ ਨੂੰ ਨਹੀਂ ਵੜਨ ਦਿਆਂਗੇ। ਹਾਲਾਂਕਿ ਜਿਹੜੇ ਲੋਕ ਹੈਗੇ ਨੇ ਉਹ ਕਿਤੇ ਨਾ ਕਿਤੇ ਅੰਦਰੋਂ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਜੁੜੇ ਵੀ ਜ਼ਰੂਰ ਹੋਏ ਨੇ, ਪਰ ਇਸ ਵੇਲੇ ਹਰੇਕ ਕੋਈ ਕਿਸਾਨ ਅੰਦੋਲਨ ਨੂੰ ਪਹਿਲਾਂ ਮੁੱਖ ਰੱਖ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀਆਂ ਕੋਈ ਛੇਤੀ ਵੱਡਾ ਫੈਸਲਾ ਲੈਣ ਤਾਂ ਜੋ ਪੰਜਾਬ ਨੂੰ ਬਚਾਇਆ ਜਾ ਸਕੇ, ਰਵਾਇਤੀ ਪਾਰਟੀਆਂ ਨੂੰ ਪਿੱਛੇ ਹਟਾਇਆ ਜਾ ਸਕੇ। ਤੇ ਦੂਜੇ ਪਾਸੇ ਜਿਹੜੀ ਸਿਆਸੀ ਪਾਰਟੀਆਂ ਹੈਗੀਆਂ ਨੇ ਉਹਨਾਂ ਦਾ ਜਿਹੜਾ ਵਿਰੋਧ ਹੈਗਾ, ਉਹਨਾਂ ਦੇ ਅੰਦਰ ਵੀ ਜਿਹੜੀ ਖਿੱਚੋਤਾਣ ਜਿਹੜੀ ਨਜ਼ਰ ਆ ਰਹੀ ਹੈ। ਸੱਤਾਧਾਰੀ ਕਾਂਗਰਸ ਦੇ ਵਿੱਚ ਵੀ ਇਸ ਵੇਲੇ ਖਿੱਚੋਤਾਣ ਜਿਹੜੀ ਹੈਗੀ ਹੈ ਉਹ ਨਜ਼ਰ ਆ ਰਹੀ ਹੈ। ਲੋਕ ਉਹਨਾਂ ਤੋਂ ਸੱਤਾਧਾਰੀਆਂ ਤੋਂ ਵੀ ਖੁਸ਼ ਨਹੀਂ ਹੈਗੇ, ਵਿਰੋਧੀ ਧਿਰਾਂ ਜਿਹੜੀ ਵਿਰੋਧੀ ਪਾਰਟੀਆਂ ਪਹਿਲਾਂ ਰਹੀਆਂ ਨੇ ਉਹਨਾਂ ਤੋਂ ਵੀ ਖੁਸ਼ ਨਹੀਂ ਹੈਗੇ। ਇਸ ਵਿਚਾਲੇ ਬੜਾ ਵੱਡਾ ਸਵਾਲ ਖੜਾ ਹੈ ਕਿ ਫਿਰ ਪੰਜਾਬ ਦਾ ਹੁਣ ਭਵਿੱਖ ਕੀ ਹੋਊਗਾ, ਕਿਹੜੀ ਨਵੀਂ ਪਾਰਟੀ ਉਭਰੂਗੀ ਜਾਂ ਨਹੀਂ ਉਭਰੂਗੀ, ਇਹ ਵੀ ਹਾਲੇ ਸਿਆਸੀ ਗਰਭ ਦੇ ਵਿੱਚ ਹੈ। ਸੋ ਪਿੰਡ ਦੇ ਸਰਪੰਚ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਤੁਸੀਂ ਦੇਖਦੇ ਰਹੋ ਹਮਦਰ ਟੀਵੀ। ਸੋ ਪਿੰਡ ਮਿਰਜ਼ਾਪੁਰ ਦੇ ਸਰਪੰਚ ਸਤਵਿੰਦਰ ਸਿੰਘ ਇਸ ਵੇਲੇ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ। ਸਤਵਿੰਦਰ ਸਿੰਘ ਜੀ, ਪਿੰਡ ਵਾਲੇ ਜਿਹੜੇ ਲੋਕ ਹੈਗੇ ਨੇ ਉਹ ਇਲਜ਼ਾਮ ਲਾ ਰਹੇ ਨੇ ਤੁਹਾਡੇ ਦੇ ਉੱਤੇ, ਉਹ ਕਹਿੰਦੇ ਕਿ ਰੋਲਾ ਪਿਆ ਸੀਗਾ, ਉਸ ਤੋਂ ਬਾਅਦ ਅਕਾਲੀਆਂ ਨੇ ਸਾਡੇ ਦੇ ਉੱਤੇ ਪਰਚੇ ਦਰਜ ਕਰਵਾ ਦਿੱਤੇ ਗਏ ਨੇ। ਕਿਉਂ ਪਰਚੇ ਦਰਜ ਕਰਵਾਏ ਤੁਸੀਂ?
ਦੇਖੋ ਜੀ, ਜਿਹੜੇ ਪਿੰਡ ਵਾਲੀ ਗੱਲ ਕਰ ਰਹੇ ਨੇ ਜੀ, ਸਾਡੇ ਪਿੰਡ ਵਾਲਿਆਂ ਨਾਲ ਕਿਸੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਹੈਗੀ। ਸਾਡਾ ਅਸੀਂ ਪਿੰਡ 'ਚ ਆਪਣਾ ਭਾਈਚਾਰਾ ਕਾਇਮ ਰੱਖਣਾ ਚਾਹੁੰਦੇ ਹਾਂ। ਇਹਨਾਂ ਨੇ ਜੀ ਕਿਆ ਕਰਿਆ, ਪਿਛਲੇ ਹਫ਼ਤੇ ਰੌਲਾ ਪਿਆ ਸਾਡੇ ਪਿੰਡ ਵੀ, ਅਸੀਂ ਸਾਰੀਆਂ ਪਾਰਟੀਆਂ ਦਾ ਵਿਰੋਧ ਕਰਦੇ ਹਾਂ, ਪਰ ਜਿਹੜਾ ਸੰਯੁਕਤ ਮੋਰਚੇ ਦਾ ਫੈਸਲਾ ਜੀ, ਉਹ ਸਿਰਫ ਬੀਜੇਪੀ ਦਾ ਵਿਰੋਧ ਕਰਨ ਨੂੰ ਆਖ ਰਹੇ। ਅਸੀਂ ਇਹਨਾਂ ਨੂੰ ਕਿਹਾ, ਮੇਰੀ ਫੋਨ ਤੇ ਗੱਲ ਵੀ ਹੋਈ ਹੈ, ਗੁਰਾਂ ਸਾਹਿਬ ਜ਼ਿਲ੍ਹਾ ਪ੍ਰਧਾਨ ਨਾਲ ਸਾਡੇ ਲੀਡਰਾਂ ਦੀ ਗੱਲ ਹੋਈ ਹੈ, ਸਾਡੀ ਵੀ ਹੋਈ ਹੈ, ਵੀ ਸਾਡਾ ਇਹੋ ਜਿਹਾ ਕੋਈ ਨਹੀਂ ਹੈ ਵੀ ਕਿਸੇ ਦੀ ਵਾਲ ਪੇਂਟਿੰਗ ਖਰਾਬ ਕਰੀ ਜਾਏ, ਕੋਈ ਪਿੰਡ ਦਾ ਮਾਹੌਲ ਖਰਾਬ ਕਰਿਆ ਜਾਏ। ਮੇਰਾ ਬ੍ਰਦਰ ਉੱਥੇ ਪਹੁੰਚਿਆ ਜੀ, ਉੱਥੇ ਖੜੇ ਦੇ 15-20 ਬੰਦੇ ਦੇ ਉੱਥੇ, ਇਹਨਾਂ ਨੇ ਮੇਰੇ ਬ੍ਰਦਰ ਪਰ ਨੂੰ ਗੱਲਬਾਤ ਕਰਦੇ ਕਰਦੇ ਇਹਨਾਂ ਨੇ ਰਾੜਾਂ ਕੱਢੀਆਂ ਜੀ। ਅਸੀਂ ਤਾਂ ਆਪਣਾ ਪਿੰਡ 'ਚ ਮਾਹੌਲ ਖਰਾਬ ਹੋਣੇ ਕਾਰਨ ਸਿਰਫ ਇੱਕ ਐਪਲੀਕੇਸ਼ਨ ਕਾਨੂੰਨ ਨੂੰ ਪੁਲਿਸ ਨੂੰ ਦਿੱਤੀ ਹੈ। ਉਹਨਾਂ ਨੇ ਕਾਨੂੰਨ ਨੇ ਆਪਣਾ ਕੰਮ ਕਰਾ, ਸਾਡੇ ਜਿਹਦੇ ਕਿਸੇ ਨਾਲ ਕੋਈ ਜਾਤੀ ਦੁਸ਼ਮਣੀ ਹੈ ਨਹੀਂ, ਨਾ ਅਸੀਂ ਆਪਣਾ ਪਿੰਡ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਾਂ। ਅਸੀਂ ਤਾਂ ਕਿਸਾਨ ਅੰਦੋਲਨ ਦੇ ਨਾਲ ਹੈ। ਜਿੱਦਣ ਦਾ ਕਿਸਾਨ ਅੰਦੋਲਨ ਸ਼ੁਰੂ ਹੋਇਆ ਜੀ, ਸਟਾਰਟਿੰਗ ਤੋਂ ਮੈਂ ਨਾਲ ਚੱਲ ਰਿਹਾ। ਅਸੀਂ ਪਰਸਨਲ ਵੀ ਗੇੜੇ ਮਾਰ ਕੇ ਆਏ, ਜਿੰਨਾ ਵੀ ਜੋਗੇ ਹੈ ਤੇ ਅਸੀਂ ਨਾਲ ਖੜੇ, ਫੰਡ ਵੀ ਦਏ ਹੈ। ਟਰੈਕਟਰ ਵੀ ਅਸੀਂ 15 ਟਰੈਕਟਰ ਅਸੀਂ 26 ਤਰੀਕ ਨੂੰ ਲੈ ਕੇ ਗਏ ਹਾਂ। ਸਾਰੀ ਰਾਤ ਉੱਥੇ ਅਸੀਂ ਬਾਹਰ ਬੈਠ ਕੇ ਕੱਟੀ ਹੈ। ਜਦੋਂ ਜਾਮ ਲੱਗ ਗਿਆ ਅਸੀਂ ਦੂਏ ਦਿਨ ਮੁੜੇ। ਸਾਡਾ ਸਮਝੋ ਇੱਕ ਦੋਸਤ ਹੈ, ਉਹ ਆ ਕੇ ਉਹਨੂੰ ਠੰਡ ਲੱਗੀ ਹੈ, ਉਹਦੀ ਡੈਥ ਹੋਈ ਹੈ। ਉਹ ਵਿਚਾਰੇ ਦੇ ਬੱਚੇ ਵੀ ਹਲੇ 2 ਅਨਮੈਰਿਡ ਬੈਠੇ ਹੈ। ਅਸੀਂ ਤਾਂ ਕਿਸਾਨ ਅੰਦੋਲਨ ਦੇ ਨਾਲ ਖੜੇ। ਅੱਜ ਵੀ ਜੇ ਕੋਈ ਸੁੱਚ ਮੋਰਚਾ ਕਾਲ ਕਰਦਾ ਵੀ ਕਾਲੀਆਂ ਦਾ, ਆਮ ਦਾ, ਕਾਂਗਰਸ ਦਾ ਵਿਰੋਧ ਕਰੋ, ਅਸੀਂ ਕਰਾਂਗੇ। ਹੁਣ ਜਦੋਂ ਫੈਸਲਾ ਹੀ ਹੈ ਨਹੀਂ ਕੋਈ ਕਿਸਾਨ ਅੰਦੋਲਨ ਵਾਲਾ ਦਾ, ਕਿਸੇ ਦਾ ਮੰਨਣ ਵਾਲੀ ਗੱਲ ਚੱਲੂਗੀ ਨਾ। ਜੇ ਕਿਸੇ ਦਾ ਹੁਕਮ ਹੋਊਗਾ ਲੀਡਰ ਦਾ, ਬੜੇ ਦਾ, ਅਸੀਂ ਨਾਲ ਖੜਾਂਗੇ। ਅਸੀਂ ਪੂਰੀ ਤਰ੍ਹਾਂ ਕਿਸਾਨ ਅੰਦੋਲਨ ਦੇ ਨਾਲ ਖੜੇ ਹੋਏ ਆ। ਖੜੇ ਹਾਂ ਜੀ, ਅਸੀਂ ਕੋਈ ਦਿੱਕਤ ਨਹੀਂ ਹੈ ਸਾਨੂੰ। ਅਸੀਂ ਤਾਂ ਪਹਿਲਾਂ ਤਾਂ ਕਿਸਾਨ ਹੈ ਜੀ, ਅਸੀਂ ਪਾਰਟੀ ਤਾਂ ਅਸੀਂ ਬਾਅਦ 'ਚ ਬਣੇ। ਜ਼ਿਮੀਂਦਾਰ ਮੈਂ ਹੁਣ ਵੀ ਖੇਤੀ ਕਰ ਰਿਹਾ ਜੀ, ਮੇਰਾ ਬ੍ਰਦਰ ਖੇਤੀ ਕਰ ਰਿਹਾ, ਮੇਰਾ ਭਤੀਜਾ ਖੇਤੀ ਕਰ ਰਿਹਾ ਜੀ। ਇਹੋ ਜਿਹੀ ਕੋਈ ਗੱਲ ਨਹੀਂ ਸੀ। ਕਿਸਾਨ ਤਾਂ ਪਹਿਲਾਂ ਜੀ ਕੋਈ ਵੀ ਕਾਲ ਆਉਂਦੀ ਅਸੀਂ ਖੁਦ ਆਪਣੀਆਂ ਪੇਂਟਿੰਗਾਂ ਸਾਫ਼ ਕਰਾਂਗੇ। ਅਸੀਂ ਕਿਸਾਨਾਂ ਦੇ ਨਾਲ ਖੜੇ ਸੀ। ਪਿੰਡ ਦਾ ਮਾਹੌਲ ਨਹੀਂ ਖਰਾਬ ਹੋਣਾ ਚਾਹੁੰਦੇ। ਇਹਦਾ ਕਾਨੂੰਨ ਨੇ ਜੇ ਕੋਈ ਕਿਸੇ ਪਰ ਕਾਰਵਾਈ ਹੋਈ, ਕਾਨੂੰਨ ਨੇ ਆਪਣਾ ਕੰਮ ਕਰਿਆ। ਪਰਸਨਲ ਕੋਈ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈ ਕਿਸੇ ਦਾ। ਮੈਂ ਤਾਂ ਹੁਣ ਵੀ ਕਹਿੰਦਾ ਆਪਣੇ ਭਾਈਆਂ ਨੂੰ ਵੀ ਅਮਨ ਚੈਨ ਬਣਾ ਕੇ ਰੱਖੋ। ਪਿੰਡ ਪੁਰਾਣੀ ਰੰਜਿਸ਼ ਤਾਂ ਨਹੀਂ ਚੱਲ ਰਹੀ ਪਿੰਡ ਵਾਲੇ ਨਾਲ ਤੁਹਾਡੀ? ਨਹੀਂ ਹੈ ਜੀ, ਕੋਈ ਕਿਸੇ ਨਾਲ ਦਿੱਕਤ ਨਹੀਂ। ਸਾਡਾ ਤਾਂ ਸਾਫ਼ ਭਾਈਚਾਰਾ, ਮੈਂ ਸਾਰਿਆਂ ਦੀ ਇੱਜ਼ਤ ਕਰਦਾ। ਮੈਂ ਆਪਣੇ ਪਿੰਡ ਦਾ ਮਾਹੌਲ ਖਰਾਬ ਹੋਣ ਦੇਣਾ ਨਹੀਂ ਚਾਹੁੰਦਾ। ਜਿਹੜੀ ਅਸੀਂ ਇੱਕ ਦਰਖਾਸਤ ਦਈਏ, ਇਸੀ ਕਰਕੇ ਦਈਏ ਵੀ ਕੋਈ ਜੇ ਕਿਸੇ ਦੇ ਸੱਟ ਵੱਜ ਗਈ, ਉਹਦਾ ਫਿਰ ਭੁਗਤਾਨ ਕਰਨਾ ਔਖਾ ਹੋ ਜਾਣਾ। ਅਸੀਂ ਜ਼ਿੰਮੇਵਾਰ ਬੰਦੇ ਹਾਂ ਪਿੰਡ ਦੇ ਸਾਨੂੰ ਨੁਮਾਇੰਦਗੀ ਦਈ ਹੈ। ਅਸੀਂ ਪਿੰਡ ਦੇ ਨਾਲ ਖੜੇ ਹਾਂ। ਕਿੱਦਾਂ ਦੇਖਦੇ ਹੋ ਕਿ ਕਿਸਾਨੀ ਅੰਦੋਲਨ ਕਾਫੀ ਲੰਮਾ ਹੋ ਗਿਆ? ਹਰਿਆਣਾ ਦੇ ਵਿੱਚ ਵੀ ਬੀਤੇ ਦਿਨ ਡਾਂਗਾਂ ਵਰਾਈਆਂ ਗਈਆਂ ਕਿਸਾਨਾਂ ਦੇ ਉੱਤੇ, ਹਨ, ਤੇ ਹਾਲੇ ਤੱਕ ਨਰਿੰਦਰ ਮੋਦੀ ਦੀ ਸਰਕਾਰ ਨੇ ਤਿੰਨੇ ਖੇਤੀ ਕਾਨੂੰਨ ਰੱਦ ਵੀ ਨਹੀਂ ਲਏ, ਤੇ ਕਿਸਾਨਾਂ ਦਾ ਜਿਹੜਾ ਗੁੱਸਾ ਹੈਗਾ ਬੀਜੇਪੀ ਦੇ ਵਿਰੁੱਧ ਦਾ ਵਧਿਆ ਹੋਇਆ ਸੀਗਾ। ਦੂਜੀ ਸਿਆਸੀ ਪਾਰਟੀਆਂ ਦੇ ਵਿਰੁੱਧ ਜੇ ਗੁੱਸਾ ਵੱਧਦਾ ਹੈ, ਕਾਂਗਰਸ ਦਾ, ਅਕਾਲੀਆਂ ਦਾ ਤੇ ਆਮ ਆਦਮੀ ਪਾਰਟੀ ਦੇ ਬੋਰਡ ਲੱਗ ਜਾਂਦੇ ਨੇ ਕਿ ਬੀਜੇਪੀ ਸਣੇ ਅਸੀਂ ਕਿਸੇ ਨੂੰ ਨਹੀਂ ਵੜਨ ਦਿਆਂਗੇ। ਤੁਹਾਨੂੰ ਨਹੀਂ ਲੱਗਦਾ ਕਿ ਪਿੰਡ ਦਾ ਵਿਕਾਸ ਇਸ ਨਾਲ ਪ੍ਰਭਾਵਿਤ ਹੋਊਗਾ? ਦੇਖੋ ਜੀ ਬਾਈ ਜੀ, ਜਿਹੜਾ ਇਹ ਗੱਲ ਹੈ ਨਾ ਜੀ, ਪਿੰਡ ਵਾਲੇ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਜੇ ਆਪਾਂ ਸਾਰੀ ਪਾਰਟੀਆਂ ਦਾ ਵਿਰੋਧ ਕਰਦੇ ਹਾਂ ਨਾ ਜੀ, ਇਸ ਵਿੱਚ ਸਾਹਿਬ ਬੀਜੇਪੀ ਨੂੰ ਫਾਇਦਾ ਮਿਲਦਾ ਜੀ। ਬੀਜੇਪੀ ਇਹ ਚਾਹੁੰਦੀ ਹੈ ਵੀ ਪਿੰਡਾਂ ਦਾ ਮਾਹੌਲ ਖਰਾਬ ਹੋਵੇ, ਅਸੀਂ ਰਾਸ਼ਟਰਪਤੀ ਰਾਜ ਲਾਈਏ, ਵੀ ਸਾਡਾ ਮੋਰਚਾ ਖਤਮ ਹੋ ਜਾਏਗਾ ਇੱਕ ਨਾ। ਇਹ ਪਿੰਡ ਵਾਲਿਆਂ ਨੂੰ ਸਮਝ ਲੈਣੀ ਚਾਹੀਦੀ ਗੱਲ। ਜੇ ਆਪਾਂ ਨਾ ਜੀ ਸਾਰੀ ਪਾਰਟੀਆਂ ਦਾ ਵਿਰੋਧ ਕਰਦੇ ਹਾਂ, ਇਹ ਸਿੱਧਾ ਹੀ ਆਪਾਂ ਇੱਕ ਬੀਜੇਪੀ ਨੂੰ ਬੈਨੀਫਿਟ ਦੇ ਰਹੇ ਹਾਂ। ਇਹ ਇਕਣਾ ਨਹੀਂ ਕਰਨਾ ਚਾਹੀਦਾ। ਇਹਨਾਂ ਨੂੰ ਪਿੰਡਾਂ ਦੀ ਆਪਸੀ ਭਾਈਚਾਰਕ ਬਣਾ ਕੇ ਰੱਖਣੀ ਚਾਹੀਦੀ ਹੈ, ਇਕੱਠੇ ਹੋ ਕੇ ਚੱਲਣਾ ਚਾਹੀਦਾ। ਟਰਨ ਬਾਈ ਟਰਨ ਜਾਓ, ਕਿਸੇ ਨਾਲ ਫਰਕ ਨਾ ਪਾਓ। ਅਸੀਂ ਤਾਂ ਦੇਖੋ ਜੀ, ਜਿਹੜੇ ਸਾਡੇ ਬੰਦੇ ਆ ਇਹ ਸਭ ਤੋਂ ਪਹਿਲਾਂ ਪਿੰਡ 'ਚ ਤੁਰੇ। ਅਸੀਂ ਇਹਨਾਂ ਦੇ ਮੈਂ ਇਹਨਾਂ ਦੇ ਉੱਧਰ ਵੀ ਨਾਲ ਖੜਿਆ, ਮੇਰੀਆਂ ਫੋਟੋਆਂ ਬਕਾਇਦਾ ਨਾਲ। ਕਿਸਾਨ ਅੰਦੋਲਨ ਜਦ ਵੀ ਅਸੀਂ ਪਿੱਛੇ ਟਰੈਲੀ ਤੋਰੀ, ਜਦ ਵੀ ਇਹਨਾਂ ਦੇ ਨਾਲ ਹੈ। ਕੋਈ ਇਹਨਾਂ ਨੂੰ ਦਿੱਕਤ ਨਹੀਂ ਆਣਦੀ। ਅਸੀਂ ਕਿਹਾ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ, ਅਸੀਂ ਤੁਹਾਡੇ ਨਾਲ ਕੰਧ ਵਾਂਗੂ ਖੜੇ ਹਾਂ। ਲੋਕਾਂ ਵਿੱਚ ਇਹ ਵੀ ਗੁੱਸਾ ਦੇਖਣ ਨੂੰ ਮਿਲਿਆ ਸ਼੍ਰੋਮਣੀ ਅਕਾਲੀ ਦਲ ਨਾਲ, ਇਸ ਕਰਕੇ ਵੀ ਖਫਾ ਨੇ। ਉਹ ਕਹਿੰਦਾ ਕਿ ਕਿਸਾਨੀ ਲਈ ਕੁਝ ਨਹੀਂ ਕੀਤਾ। ਸ਼੍ਰੋਮਣੀ ਅਕਾਲੀ ਦਲ ਨੇ ਵੀ ਲੰਮਾ ਸਮਾਂ ਰਾਜ ਕੀਤਾ ਹੈ, ਤੇ ਦਿੱਲੀ ਦੇ ਵਿੱਚ ਵੀ ਜਦੋਂ ਬਹੁਤ ਲੇਟ ਕਰਤਾ ਅਸਤੀਫਾ ਦੇਣ ਲੱਗਿਆ ਉਹਨਾਂ ਨੇ। ਦੇਖੋ ਜੀ, ਪਤਾ ਕੀ ਚੱਕਰ ਹੈ ਜੀ, ਜਿਹੜੀ ਦਿੱਲੀ ਵਾਲੀ ਗੱਲ ਨਾ, ਵੀ ਅਸੀਂ ਸਾਡਾ ਬੀਜੇਪੀ ਗੱਲ 35-40 ਸਾਲ ਤੋਂ ਸਾਂਝ ਚੱਲ ਰਹੀ ਹੈ। ਅਸੀਂ ਜੀ ਆਪਣਾ ਭਾਈ ਦੀ ਲੜਾਈ ਹੁੰਦੀ, ਅਸੀਂ ਘਰ ਬੈਠ ਕੇ ਸਮਝੌਤਾ ਕਰਦੇ ਹਾਂ। ਜਦੋਂ ਸਮਝੌਤਾ ਨਹੀਂ ਹੁੰਦਾ, ਕੋਈ ਕੋਰਟ 'ਚ ਜਾਂਦਾ ਜੀ, ਕੋਈ ਕੁਝ ਵੀ ਕਰਦਾ। ਅਸੀਂ ਬੀਜੇਪੀ ਨਾਲ ਇਹੀ ਕਿਸਮ ਚੱਲਦੀ ਰਹੀ, ਸਾਡੇ ਪ੍ਰਧਾਨ ਜੀ ਦੀ, ਸੁਖਬੀਰ ਸਿੰਘ ਬਾਦਲ ਸਾਹਿਬ ਦੀ, ਹੋਰ ਵੀ ਸਾਡਾ ਸਮਝੌਤਾ ਹੋ ਜਾਵੇ, ਕਾਲੇ ਕਾਨੂੰਨ ਰੱਦ ਹੋ ਜਾਣ। ਜਦੋਂ ਸਾਡੇ ਕੋਲ ਕੋਈ ਨਹੀਂ ਰਾਹ ਮਿਲਿਆ, ਅਸੀਂ ਇਹਨਾਂ ਦਾ ਰਾਤੋਂ ਰਾਤ ਫੈਸਲਾ ਤੋੜ ਕੇ ਬਰਾ ਮਾਰਿਆ। ਆਪਣੀ ਸਿਮਰਤ ਕੌਰ ਜੀ ਨੇ ਜੀ, ਹਰਸਿਮਰਤ ਕੌਰ ਜੀ ਨੇ, ਇੱਕ ਦੇਖੋ ਕਿੱਡਾ ਬੜਾ ਅਹੁਦਾ 1 ਮਿੰਟ 'ਚ ਛੱਡ ਦਿਆ। ਇੱਕ ਮੁੱਖ ਮੰਤਰੀ ਜਿੰਨੀ ਪਾਵਰ ਹੁੰਦੀ ਹੈ ਜੀ ਸੈਂਟਰ ਦੇ ਮਿਨਿਸਟਰ 'ਚ, ਅਸੀਂ 1 ਮਿੰਟ ਨਹੀਂ ਲਾਇਆ। ਪਿੰਡ ਦੀ ਕੋਈ ਪੰਛੀ ਛੱਡਣੇ ਨੂੰ ਤਿਆਰ ਨਹੀਂ ਹੁੰਦਾ ਜੀ। ਐਡੀ ਬੜੀ ਤੁਸੀਂ ਦੇਖੋ, ਇੱਕ ਮੰਤਰੀ ਮੰਡਲ ਛੱਡ ਕੇ ਕਿਸਾਨਾਂ ਦੇ ਨਾਲ ਅਸੀਂ ਖੜ ਕੇ ਆ ਕੇ। ਹੁਣ ਵੀ ਜੋ ਕਿਸਾਨ ਕੋਈ ਕਾਲ ਕਰਦੇ ਵੀ ਅਕਾਲੀ ਦਲ ਦਾ ਵਿਰੋਧ ਕਰੋ, ਕਾਂਗਰਸ ਦਾ ਵਿਰੋਧ ਕਰੋ, ਅਸੀਂ ਨਾਲ ਖੜਾਂਗੇ। ਕਿਸਾਨਾਂ 'ਚ ਗਿੱਲਾ ਹੈਗਾ, ਕਹਿੰਦੇ ਜਿਹੜੇ ਬੀਜੇਪੀ ਵਾਲੇ ਬੰਦੇ ਨੇ ਉਹ ਹੀ ਹੁਣ ਅਕਾਲੀ ਦਲ ਦੇ ਵਿੱਚ ਆ ਰਹੇ ਨੇ। ਇਸ ਕਰਕੇ ਕਹਿੰਦੇ ਫਾਇਦਾ ਕੀ ਹੋਇਆ ਜੇ ਬੀਜੇਪੀ ਵਾਲਿਆਂ ਨੂੰ ਅਕਾਲੀ ਦਲ 'ਚ ਸ਼ਾਮਲ ਕਰਵਾਉਣਾ ਸੀਗਾ। ਪਤਾ ਕੀ ਚੱਕਰ ਹੈ, ਜਿਹੜੀ ਉਹ ਹੌਲੀ ਹੌਲੀ ਸਾਡੇ ਲੀਡਰ ਬੜੇ ਵੀ ਆ ਰਹੇ, ਛੋਟੇ ਅਸੀਂ ਲੀਡਰ ਜਿਹੜੇ ਸਾਡੇ ਆ ਜੀ ਲੋਕਲ, ਉਹ ਵੀ ਸਾਡੇ ਨਾਲ ਅਕਾਲੀ ਦਲ ਨਾਲ ਜੁੜਦੇ ਜਾ ਰਹੇ। ਉਹ ਹੁਣ ਉਹਨਾਂ ਦੀ ਨੀਤੀਆਂ ਨੂੰ ਸਮਝ ਰਹੇ ਵੀ ਇਹ ਨੀਤੀਆਂ ਜਿਹੜੀਆਂ ਬੀਜੇਪੀ ਦੀਆਂ ਨੀਤੀਆਂ ਨਾ, ਉਹ ਸੱਤੇ ਖਿਲਾਫ ਹੈ ਜੀ। ਅਸੀਂ ਇਹ ਗੱਲ ਨੂੰ ਸਮਝ ਰਹੇ ਹਾਂ। ਅਸੀਂ ਹੁਣ ਜਿਹੜੇ ਬੰਦੇ ਦੀ ਗੱਲ ਸਮਝ ਆਉਂਦੀ ਹੈ, ਉਹ ਆ ਜਾਂਦਾ। ਜਿਸ ਤਰ੍ਹਾਂ ਕਹਿੰਦੇ ਰਾਤ ਦਾ ਭੁੱਲਿਆ ਸਵੇਰੇ ਘਰ ਆ ਗਿਆ, ਉਹਨੂੰ ਅਸੀਂ ਘਰ ਤੋਂ ਥੋੜ੍ਹੀ ਕੱਢਣਾ। ਹੁਣ ਕਈ ਕਾਂਗਰਸੀ ਬੰਦੇ ਆ ਜੀ ਸਾਡੇ, ਉਹ ਵੀ ਸਾਡੇ ਨਾਲ ਸੰਪਰਕ 'ਚ ਹੈ। ਕੋਈ ਬੀਜੇਪੀ ਵਾਲੇ ਸਾਡੇ ਬਹੁਤ ਸੰਪਰਕ ਹੈ ਜੀ।
ਹੁਣ ਤੁਸੀਂ ਪਿੰਡ ਦੇ ਸਰਪੰਚ ਹੈਗੇ ਹੋ ਨਾ, ਪਿੰਡ ਦੇ ਤੁਸੀਂ ਕਹਿ ਰਹੇ ਕਿ ਇੱਕ ਭਾਈਚਾਰਕ ਸਾਂਝ ਬਣਾ ਕੇ ਤੁਸੀਂ ਰੱਖਣਾ ਚਾਹੁੰਦੇ ਹੋ। ਜੇ ਇਦਾਂ ਪਰਚੇ ਉਹਨਾਂ ਦੇ ਉੱਤੇ ਦਰਜ ਹੋਏ ਤਾਂ ਇਹਦੇ ਨਾਲ ਉਹਨਾਂ ਦੇ ਵਿੱਚ ਗੁੱਸਾ ਤਾਂ ਹੋਰ ਜ਼ਿਆਦਾ ਵਧੂਗਾ। ਕਿਵੇਂ ਭਾਈਚਾਰਕ ਸਾਂਝ ਬਣਾਓਗੇ ਹੁਣ? ਦੇਖੋ ਜੀ, ਮੈਂ ਉਹਨਾਂ ਦੇ ਕੋਈ ਪਰਚੇ ਹੁਣ ਵੀ ਕੋਈ ਨਿੱਜੀ ਨਹੀਂ ਕਰਾ ਜੀ। ਮੈਂ ਤਾਂ ਸਿਰਫ ਤਾਂ ਕਰਕੇ ਜਿਹੜੇ ਉਹਨਾਂ ਦੇ ਨਾਮ ਦੇ ਗਏ ਆ, ਸਿਰਫ ਉਹ ਪਿੰਡ ਦਾ ਮਾਹੌਲ ਨਾ ਖਰਾਬ ਹੋਏ। ਉਹ ਕਾਨੂੰਨ ਨੇ ਆਪਣਾ ਕੰਮ ਕਰਿਆ। ਜੇ ਕੋਈ ਸਾਡੇ ਕੋਲ ਬੈਠ ਕੇ ਹੁਣ ਵੀ ਕੋਈ ਗੱਲ ਕਰਦੇ ਆ, ਅਸੀਂ ਹੁਣ ਵੀ ਤਿਆਰ ਹਾਂ। ਮੈਂ ਤਾਂ ਉਹਨਾਂ ਵਾਸਤੇ, ਮੈਨੂੰ ਇਕੱਲੇ ਨੂੰ ਕਾਲ ਕਰਨ, ਮੈਂ ਇਕੱਲਾ ਵੀ ਆ ਜਾਊਂਗਾ। ਇਹ ਥੋੜੀ ਜਿਹੀ ਦੇਖੋ, ਤੁਸੀਂ ਲੌਸਮੈਂਟ ਕਰਾਉਂਦੇ ਹੋ 15 ਮਿੰਟ ਪਹਿਲਾਂ ਵੀ, ਤੁਸੀਂ 10 ਮਿੰਟ 'ਚ ਉੱਥੇ ਪਹੁੰਚੋ। ਕੋਈ ਕਿਸੇ ਸਟੇਸ਼ਨ 'ਚ ਹੈ, ਕੋਈ ਕਿਸੇ ਜਾਂ ਕੋਈ ਚੀਜ਼ ਕੰਮ ਤੇ ਤਾਂ ਹੈ ਨਹੀਂ। ਅਸੀਂ ਆਪਣੇ ਘਰੇਲੂ ਕੰਮ ਵੀ ਹੈਗੇ ਆ, ਸਾਰੇ ਕੰਮ ਬੰਦੇ ਨੇ ਕਰਨੇ। ਹੁਣ ਅਕਾਲੀ ਦਲ ਕਿਸਾਨਾਂ ਦੇ ਨਾਲ ਖੜਿਆ, ਬਿਜਲੀ ਦੇ ਬਿੱਲ ਵੀ ਮਾਫ ਕਰੇ ਕਿਸਾਨਾਂ ਨੇ, ਹੋਰ ਸਾਰੇ ਕੰਮ ਕਰੇ। ਅਸੀਂ ਤਾਂ ਕਿਸਾਨਾਂ ਦੇ ਹਰ ਟਾਈਮ ਨਾਲ ਖੜੇ। ਅਸੀਂ ਪਾਰਟੀ ਦੇ ਉੱਪਰ ਉੱਠ ਕੇ ਕਿਸਾਨਾਂ ਦੇ ਨਾਲ ਹੈ ਜੀ। ਹਾਂ, ਕਿਸਾਨਾਂ ਦੇ ਅਸੀਂ 1 ਮਿੰਟ ਵੀ ਨਹੀਂ ਭੱਜ ਸਕਦੇ, ਨਾ ਸਾਡਾ ਸਰਦਾ ਜੀ। ਕਿਸਾਨੀ ਪਹਿਲੀ, ਮੇਰੇ ਕੋਲ ਵੀ ਜ਼ਮੀਨ ਹੈ 10-12 ਕਿੱਲੇ, ਮੈਂ ਵੀ ਖੇਤੀ ਕਰ ਰਿਹਾ। ਮੇਰਾ ਮੁੰਡਾ BCom ਕਰਿਆ, ਉਹ ਵੀ ਮੇਰੇ ਨਾਲ ਖੇਤੀ ਕਰਾ ਰਿਹਾ ਜੀ। ਇਹ ਥੋੜੀ ਵੀ ਕਿਸਾਨਾਂ ਨੂੰ ਛੱਡ ਕੇ ਸਾਡਾ ਕਿੱਕਣਾ ਸਿਸਟਮ ਚੱਲੂਗਾ, ਅਸੀਂ ਨਹੀਂ ਛੱਡ ਸਕਦੇ ਜੀ ਕਿਸਾਨ। ਸੋ ਇਹ ਸਨ ਮਿਰਜ਼ਾਪੁਰ ਦੇ ਸਰਪੰਚ ਸਤਵਿੰਦਰ ਸਿੰਘ, ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਕਿਸਾਨੀ ਅੰਦੋਲਨ ਦੀ ਹਮਾਇਤ ਕਰਦੇ ਨੇ, ਭਾਈਚਾਰਕ ਸਾਂਝ ਚਾਹੁੰਦੇ ਨੇ, ਤੇ ਪਰ ਫਿਰ ਵੀ ਪਿੰਡ ਦੇ ਲੋਕਾਂ ਦੇ ਵਿੱਚ ਇੱਕ ਗੁੱਸਾ ਜ਼ਰੂਰ ਹੈਗਾ। ਉਹ ਕਹਿੰਦੇ ਕਿ ਅਸੀਂ ਕਿਸੇ ਵੀ ਪਾਰਟੀ ਦੇ ਨੁਮਾਇੰਦਿਆਂ ਨੂੰ ਪਿੰਡ ਦੇ ਵਿੱਚ ਨਹੀਂ ਵੜਨ ਦੇਣਾਗਾ। ਕੋਈ ਵੀ ਸਿਆਸਤਦਾਨ ਹੋਵੇ, ਉਹਦੀ ਨੋ ਐਂਟਰੀ ਹੈਗੀ ਹੈ ਪਿੰਡ ਦੇ ਵਿੱਚ। ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਨੇ ਸੱਦਾ ਇਹ ਦਿੱਤਾ ਹੈ, ਐਲਾਨ ਇਹ ਕੀਤਾ ਹੈ ਕਿ ਭਾਈ ਸਿਰਫ BJP ਦਾ ਵਿਰੋਧ ਕਰਨਾ ਹੈ। ਪਰ ਕਈ ਪਿੰਡਾਂ ਦੇ ਵਿੱਚ ਇਹ ਜਿਹੜੇ ਬੋਰਡ ਲੱਗ ਰਹੇ ਨੇ ਕਿ ਅਸੀਂ ਸਾਰੇ ਹੀ ਸਿਆਸਤਦਾਨਾਂ ਦਾ ਵਿਰੋਧ ਕਰਾਂਗੇ। ਲੋਕਾਂ ਦੇ ਵਿੱਚ ਸਿਆਸਤਦਾਨਾਂ ਦੇ ਪ੍ਰਤੀ ਇੰਨਾ ਵੱਡਾ ਗੁੱਸਾ ਜਿਹੜਾ ਹੈਗਾ ਕਿਉਂ ਪੈਦਾ ਹੋ ਰਿਹਾ, ਇੱਕ ਬੜਾ ਵੱਡਾ ਸਵਾਲ ਖੜਾ ਹੋਇਆ। ਇਹ ਸਿਆਸੀ ਪਾਰਟੀਆਂ ਨੂੰ ਵੀ ਸੋਚਣਾ ਪੈਣਾ ਹੈ ਕਿ ਇਸ ਗੁੱਸੇ ਨੂੰ ਕਿਵੇਂ ਹੁਣ ਸ਼ਾਂਤ ਕੀਤਾ ਜਾਵੇ। ਕੈਮਰਾਮੈਨ ਵੇਦ ਰਾਮ ਦੇ ਨਾਲ ਅਮਨ ਮੋਹਨ, ਮੋਹਜਾਲ ਦੀ ਰਿਪੋਰਟ, ਹਮਦਰਦ TV।